सतनाम करता पुरख निरभउ निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह जी, धन गुरु नानक साहब हजूर। पूल छिमो हमरी प्रभापन पूलनहार कहाँ को मोसो। बड़ी बिखम बाणी सिद्ध गोष्ठ दी अनेकां ही भुल्लां गलतियां होईयां हुण साहिब जी संगत गुरु प्रवान करके माफ़ी बख्शे। वाहिगुरु जी का खालसा वाहिगुरु जी की फतेह। असी सिद्ध गोष्ठ की बाणी की विचार कुछ दिन तो कर रहे हाँ। कल असी 21ਵੀਂ पौड़ी की विचार की सी। 21ਵੀਂ पौड़ी विच कुछ प्रश्न हैं, इन्हां दे उत्तर 23ਵੀਂ पौड़ी विच हैं। एक प्रश्न का उत्तर गुरु साहब ने 21ਵੀਂ पौड़ी विच ही दिता है। 22ਵੀਂ पौड़ी विच कुछ वक्रे प्रश्न उत्तर ने और फिर 23ਵੀਂ पौड़ी विच 21 पौड़ी के कुछ जवाब ने। एक जवाब उहदे विच भी नहीं है, वो अगे आएगा। इस करके असी रहाओ दी तुक पढ़ के क्या पविए सच सूचा होए, साच शब्द बिन मुक्त ना कोए। फिर 21, 22 ते 23 पौड़ी पढ़िए तो साडा फोकस, या फिर 22 और 23 पौड़ी पढ़ लीए, 21ਵੀਂ पौड़ी जदों व्याख्या होएगी उस वेले कर लांगे। 22 और 23ਵੀਂ पौड़ी कोई वीर भैन कोई पढ़ देन तो फिर यदि विचार आरंभ करिए। वाहिगुरु जी का खालसा वाहिगुरु जी की फतेह। क्या बविए सच सूचा होए, साच शब्द बिन मुक्त ना कोए। रहाओ कहाँ ते आवे कहाँ ए जावे, कहाँ ए रह समाई। ए शब्द को जो अर्थ आवे, तिस गुरु तिल ना तमाई। क्यों तत्तै अविगतै पावै, गुरमुख लगै प्यारो। आपे सुरता आपे करता, को नानक विचारो। हुक्मे आवे हुक्मे जावे, हुक्मे रह समाई। पूरे गुर ते साच कमावै, गत मित शब्दै पाई। आद को बिस्माद विचार कथियले, सुन निरंतर वास लिया। अकलपत मुंद्रा गुर ज्ञान विचारियले, घट घट साचा सर्ब जिया। गुर बचनी अविगत समाइय, तत् निरंजन सहज लै। नानक दूजी कार न करनी, सेवै सिख सो खोज लहै। हुक्म बिस्माद हुक्म पछाणै, जी जुगत सच जाणै सोई। आप मेट निरालम होवै, अंतर साच जोगी कहिए सोई। वाहिगुरु जी वाहिगुरु जी। इस बाणी विच विचार जितनी अगे वधी जा रहे हैं उतनी डूंगी होंदी जा रही है। और ये जिहड़े प्रश्न उत्तर हुण 21, 22 और 23 पौड़ी च ने, सारी डायमेंशन ही एसोटेरिक है, बिल्कुल स्पिरिचुअल क्वेश्चनस ने। इन्हां विच गलती कर लेना बहुत सौखा है। गुरु ही आप जानते हैं इन्हां दी व्याख्या की है, पर असी यतन करते हैं। कुछ शब्दों वल ध्यान असी करना है ਜਿਹੜੇ ਬਾਣੀ ਦੇ ਵਿੱਚ ਨਿਰੰਤਰ ਆਉਂਦੇ ਨੇ। ਉਹਨਾਂ ਵਿੱਚ ਸ਼ਬਦ ਹੁਕਮ ਇਹ ਗਹਿਨ ਸ਼ਬਦ ਨੇ ਜਿਨ੍ਹਾਂ ਦੀ ਮਲਟੀ ਡਾਇਮੈਂਸ਼ਨਲ ਮੀਨਿੰਗ ਨੇ। ਕੁਛ ਅਸੀਂ ਸ਼ਬਦ ਦੀ ਵਿਚਾਰ ਕਰਦੇ ਆ ਰਹੇ ਹਾਂ, ਪਰ ਸ਼ਬਦ ਨੂੰ ਸਮਝਾਉਣਾ ਬੜਾ ਔਖਾ ਹੈ। ਡਿਫਾਈਨਡ ਸ਼ਬਦ ਤੇ ਉਹ ਹੋ ਗਿਆ ਜੋ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, पर शब्द की डायमेंशन 4 घट्टो घट्ट हैं। ਉਹਦੇ ਵਿੱਚ निराकार क्रिएटर रब एक डायमेंशन शब्द की वो है।
ਅਸੀਂ ਇਹਨੂੰ ਪੂਰੀ ਤਰ੍ਹਾਂ ਸ਼ਬਦ ਨੂੰ ਤਦ ਤੱਕ ਨਹੀਂ ਜਾਣ ਪਾਵਾਂਗੇ ਜਦ ਤੱਕ ਸਾਨੂੰ ਬ੍ਰਹਮ ਗਿਆਨ ਨਹੀਂ ਹੁੰਦਾ। ਡਿਫਾਈਨਡ ਸ਼ਬਦ ਨੂੰ ਅਸੀਂ ਕੋਸ਼ਿਸ਼ ਕਰਕੇ ਜਾਣ ਸਕਦੇ ਹਾਂ, ਉਹ ਵੀ ਗੁਰੂ ਦੀ ਮੋਹਰ ਦੇ ਲੱਗੇ ਸ਼ਬਦ ਨੇ। ਉਹ ਨਿਰਾਕਾਰ ਦੀਆਂ ਹੀ ਗੱਲਾਂ ਨੇ ਜਿੱਥੇ ਆਕਾਰ ਨਹੀਂ ਹੈ। ਗੁਰੂ ਨੇ ਸਾਨੂੰ ਜੀਵਨ ਵਿੱਚ ਰਹਿੰਦੇ ਹੋਏ ਸੱਤ ਨੂੰ ਜਾਣਨ ਵੱਲ ਪ੍ਰੇਰਿਆ ਹੈ। ਜੈਸੇ ਜਲ ਮੇ ਕਮਲ ਨਿਰਾਲਮ, ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਰਹੇ ਏਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਇਆ, ਨਾਨਕ ਤਾਕਾ ਦਾਸੋ। ਇੱਕ ਇੱਕ ਬੰਦ, ਇੱਕ ਇੱਕ ਪਦਾ ਇਹੋ ਜਿਹਾ ਹੈ ਜਿਹਦੇ 'ਤੇ ਨਿਰੰਤਰ ਪੂਰੇ ਦਿਨ ਦੀ ਵਿਚਾਰ ਮੰਥਨ ਹੁੰਦਾ ਰਹੇ ਤੇ ਸ਼ਾਇਦ ਕੁਝ ਸਮਝ ਵਿੱਚ ਆਉਂਦਾ ਹੈ। ਇਹ ਡਾਇਮੈਂਸ਼ਨਸ ਕਿਤਨੀਆਂ ਮਲਟੀਫੈਰਸ ਨੇ। ਸ਼ਬਦ ਤੇ ਉਹੀ ਨੇ, ਪਰ ਸ਼ਬਦ ਜਿਵੇਂ ਰੱਖੇ ਗਏ ਹਨ ਸਾਹਮਣੇ, ਉਹਨਾਂ ਦੇ ਮੀਨਿੰਗ ਜਿਹੜੇ ਨੇ ਬੜੇ ਦੂਰ ਦਾ ਇਸ਼ਾਰਾ ਕਰਦੇ ਹਨ। ਦੂਰ ਸਾਡੇ ਤੋਂ ਇਸ ਕਰਕੇ ਕਿਉਂਕਿ ਅਸੀਂ ਇਹਦੇ ਆਦੀ ਨਹੀਂ ਹਾਂ। ਅਸੀਂ ਸਭ ਕੁਝ ਅਸਥੂਲ ਜਾਣਦੇ ਹਾਂ, ਸਭ ਕੁਝ ਟੈਂਜੀਬਲ ਜਾਣਦੇ ਹਾਂ ਕਿ ਅਸੀਂ ਕੋਈ ਪ੍ਰਸ਼ਨ ਪੁੱਛੀਏ ਤਾਂ ਉਹਦਾ ਸਿੱਧਾ ਜਵਾਬ ਸਾਨੂੰ ਮਿਲ ਜਾਏ। ਪਰ ਇਹ ਖੋਜੀ ਦੇ ਪ੍ਰਸ਼ਨ ਨੇ ਜੋ ਅਸਲ ਵਿੱਚ ਗਹਿਨ ਖੋਜ ਵਿੱਚ ਨਿਕਲ ਗਿਆ ਹੈ। ਉਹਦੇ ਪ੍ਰਸ਼ਨ ਹਨ, ਅਸਲ ਸਿੱਖ ਦੇ ਪ੍ਰਸ਼ਨ ਹਨ। ਜੋਗੀ ਪੁੱਛ ਰਹੇ ਹਨ। ਮੇਰੀ ਸੋਚ ਇਹਨਾਂ ਪ੍ਰਸ਼ਨਾਂ ਤੱਕ ਹਾਲੇ ਤੱਕ ਨਹੀਂ ਪਹੁੰਚੀ ਹੈ ਕਿਉਂਕਿ ਮੈਂ ਇੰਨੀ ਡੂੰਘਾਈ ਵਿੱਚ ਸ਼ਬਦ ਨੂੰ ਨਹੀਂ ਵਿਚਾਰ ਰਿਹਾ, ਜੀਵਨ ਨੂੰ ਵੀ ਨਹੀਂ ਵਿਚਾਰ ਪਾ ਰਿਹਾ, ਜੀਵਨ ਨੂੰ ਦੇਖ ਵੀ ਨਹੀਂ ਪਾ ਰਿਹਾ ਕਿਵੇਂ ਹੋਇਆ ਹੈ। ਮੈਂ ਤਾਂ ਕਨਫਿਊਜ਼ਡ ਹਾਂ ਕਿ ਅਸਲ ਜੀਵਨ ਕੀ ਹੈ, ਮੇਰਾ ਇੱਥੇ ਰੋਲ ਕੀ ਹੈ, ਜਾਂ ਫਿਰ ਮੈਂ ਆਪਣੇ ਦੁੱਖਾਂ 'ਚ ਹੀ ਦੱਬਿਆ ਹੋਇਆ ਕਿ ਮੇਰੇ ਦੁੱਖ ਇੰਨੇ ਨੇ, ਕਿਸੇ ਹੋਰ ਦੇ ਇੰਨੇ ਦੁੱਖ ਹੈ ਹੀ ਨਹੀਂ, ਬਸ ਉਹਦੇ ਵਿੱਚ ਹੀ ਮੇਰੀ ਪੂਰੀ ਸ਼ਕਤੀ ਖਤਮ ਹੋ ਜਾ ਰਹੀ ਹੈ। ਕਿਸੇ ਸਿਆਣੇ ਨੇ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਡਰੇਨਿੰਗ ਕੋਈ ਐਨਰਜੀ ਅਗਰ ਹੈ ਤੇ ਉਹ ਕਨਫਿਊਜ਼ਨ ਹੈ। ਜਦੋਂ ਕਲੈਰਿਟੀ ਨਹੀਂ ਹੈ ਸਾਨੂੰ, ਤਾਂ ਮਨ ਦੀ ਜਿਹੜੀ ਉਲਝਣ ਹੈ ਉਹਦੇ ਵਿੱਚ ਸ਼ਕਤੀ ਸਾਡੀ ਛੀਨ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਹਨਾਂ ਬਾਣੀਆਂ ਦੇ ਵਿੱਚ ਇੱਕ ਹੋਰ ਸ਼ਬਦ ਵਰਤਿਆ ਹੈ, ਸਹਿਜ। ਉਹ ਬਾਰ-ਬਾਰ ਇਹ ਸ਼ਬਦ ਸਾਡੇ ਘਰ ਆਉਂਦੇ ਨੇ, ਸਹਿਜ, ਸ਼ਬਦ, ਹੁਕਮ, ਪਰ ਇਹਨਾਂ ਦੇ ਮੀਨਿੰਗ ਸਭ ਸਪਿਰਿਚੁਅਲ ਮੀਨਿੰਗ ਨੇ, ਸਭ ਡਾਇਮੈਂਸ਼ਨ ਹੀ ਫਰਕ ਹੈ। ਇਸ ਕਰਕੇ ਇਹਨਾਂ ਬਾਰੇ ਵਿਚਾਰ ਕਰਨਾ ਬਹੁਤ ਹੀ ਸੂਖਮ ਬਿਰਤੀ ਰੱਖਣ ਦੀ ਲੋੜ ਹੈ। ਸਮਝਾਉਣਾ ਉਨਾ ਹੀ ਔਖਾ ਹੈ ਜਿਤਨਾ ਆਪ ਹੀ ਨਹੀਂ ਸਮਝ ਆਈ ਤਾਂ ਕਿਵੇਂ ਦੂਜੇ ਨੂੰ ਸਮਝਾਵਾਂਗੇ। ਸਹਿਜ ਦੀ ਕੀ ਗੱਲ ਕੀਤੀ ਜਾ ਸਕਦੀ ਹੈ। ਫਿਰ ਵੀ ਅਸੀਂ ਯਤਨ ਕਰਦੇ ਹਾਂ ਆਪਸ ਵਿੱਚ ਬੈਠ ਕੇ ਇੱਕ ਸਾਂਝ ਦੇ ਜ਼ਰੀਏ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਹਿਬ ਕੀ ਕਹਿ ਰਹੇ ਹਨ। 21ਵੀਂ ਪੌੜੀ ਦੇ ਪ੍ਰਸ਼ਨਾਂ ਦਾ ਜਵਾਬ ਕੁਝ ਹੱਦ ਤੱਕ 23ਵੀਂ ਪੌੜੀ ਤੱਕ ਹਨ, ਪਰ ਇਹ 22ਵੀਂ ਪੌੜੀ ਵਿੱਚ ਫਿਰ ਹੋਰ ਡਾਇਮੈਂਸ਼ਨ ਦੇ ਪ੍ਰਸ਼ਨ ਪੁੱਛੇ ਗਏ ਹਨ। ਯੋਗੀ ਸਾਹਿਬ ਨੂੰ ਪੁੱਛਦੇ ਹਨ। ਹੁਣ ਇਹ ਇੱਕ ਜਗਿਆਸੂ ਔਰ ਗੁਰੂ ਦੇ ਵਿੱਚ ਵਾਰਤਾਲਾਪ ਚੱਲ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਹੁਣ ਪਲੇਨ ਡਾਇਲੌਗ ਹੈ। ਕਿੱਥੇ ਮੈਂ ਪੜ੍ਹਿਆ ਸੀ ਬਹੁਤ ਪੁਰਾਣਾ ਹੈ ਕਿ ਹਿੰਦੂ ਮਾਈਥੋਲੋਜੀ ਵਿੱਚ ਦੋ ਸ਼ਬਦ ਆਉਂਦੇ ਹਨ, ਇੱਕ ਮੁਮੁਕਸ਼ੂ ਤੇ ਇੱਕ ਕੁਤਾਹਲ। ਇਹ ਜਗਿਆਸੂਆਂ ਦੀ ਕੈਟੇਗਰੀ ਹਨ। ਮੁਮੁਕਸ਼ੂ ਜਿਹੜਾ ਸੀਰੀਅਸ ਕੁਐਸਚਨ ਲਾਈਫ ਦੇ ਪੁੱਛ ਰਿਹਾ ਹੈ, ਔਰ ਕੁਤਾਹਲ ਜਿਹੜਾ ਪਾਸਿੰਗ ਇਨਕੁਆਇਰੀ ਦੁਨੀਆ ਬਾਰੇ ਕਰਦਾ ਹੈ। ਲੈਟ ਅਸ ਆਲਸੋ ਸੀ ਕਿ ਧਰਮ ਕੀ ਹੈ, ਚਲੋ ਅਸੀਂ ਵੀ ਦੇਖ ਲੈਂਦੇ ਹਾਂ ਕੀ ਚੀਜ਼ ਹੈ। ਇਹ ਮੁਮੁਕਸ਼ੂ ਦੇ ਕੁਐਸਚਨਸ ਪੁੱਛੇ ਹਨ। ਜੋ ਵੀ ਜਨ ਯੋਗੀ ਇਹ ਪ੍ਰਸ਼ਨ ਪੁੱਛ ਰਹੇ ਹਨ, ਉਹਨਾਂ ਦੀ ਬਹੁਤ ਐਨਰਜੀ ਇਹਨਾਂ ਪ੍ਰਸ਼ਨਾਂ ਦੇ ਉੱਤੇ ਲੱਗੀ ਹੋਈ ਹੈ। ਇਹ ਪ੍ਰਸ਼ਨ ਕੋਈ ਕਾਮਨ ਪ੍ਰਸ਼ਨਸ ਨਹੀਂ ਹਨ, ਔਰ ਜੀਵਨ ਦੀ ਬੜੀ ਖੇਡ ਸਹੀ ਪ੍ਰਸ਼ਨ ਪੁੱਛਣ 'ਤੇ ਹੈ। ਅਗਰ ਪ੍ਰਸ਼ਨ ਹੀ ਗਲਤ ਹੋਏਗਾ ਤਾਂ ਜਵਾਬ ਕਦੇ ਸਹੀ ਨਹੀਂ ਹੋ ਸਕਦਾ। ਮੇਰੇ ਜੀਵਨ ਦਾ ਤਾਂ ਇਹੀ ਹਾਲ ਹੈ। ਮੇਰੇ ਪ੍ਰਸ਼ਨ ਹੀ ਗਲਤ ਨੇ, ਮੇਰੀ ਸਰਚ ਹੀ ਗਲਤ ਹੈ। ਮੈਂ ਢੂੰਡ ਹੀ ਗਲਤ ਜਗ੍ਹਾ 'ਤੇ ਰਿਹਾ ਹਾਂ ਔਰ ਗਲਤ ਵਸਤੂ ਨੂੰ ਢੂੰਡ ਰਿਹਾ ਹਾਂ। ਸੋਚ ਰਿਹਾ ਹਾਂ ਮੈਂ ਕੁਝ ਢੂੰਡ ਰਿਹਾ ਹਾਂ, ਪਰ ਜੋ ਅਸਲ ਵਿੱਚ ਢੂੰਡਣਾ ਚਾਹੀਦਾ ਹੈ ਉਹ ਨਹੀਂ ਢੂੰਡ ਪਾ ਰਿਹਾ। ਪਹਿਲੀ 21ਵੀਂ
ਪਦੇ ਦੇ ਪਹਿਲੀ ਪੰਕਤੀ ਵਿੱਚ ਯੋਗੀ ਪੁੱਛਦੇ ਹਨ, ਕਹਾਂ ਤੇ ਆਵੇ, ਕਹਾਂ ਐ ਜਾਵੇ, ਕਹਾਂ ਐ ਰਹੇ ਸਮਾਈ। ਇਹ ਜਿਹੜਾ ਅਸੀਂ ਸਾਰੇ ਲੋਕ ਇਹ ਪੁੱਛਦੇ ਹਾਂ ਕਿ ਅਸੀਂ ਕਿੱਥੋਂ ਆਏ ਹਾਂ, ਅਸੀਂ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ ਔਰ ਕਿੱਥੇ ਸਮਾਵਾਂਗੇ। ਇਹ ਪ੍ਰਸ਼ਨ ਯੋਗੀ ਪੁੱਛ ਰਹੇ ਹਨ ਕਿ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ ਔਰ ਕਿੱਥੇ ਸਮਾਵਾਂਗੇ। ਸਮਾਵਾਂਗੇ, ਮਿਲਾਂਗੇ। ਤਾਂ ਇਹਦਾ ਮਤਲਬ ਹੈ ਜੋ ਪ੍ਰਸ਼ਨ ਪੁੱਛ ਰਿਹਾ ਹੈ ਉਹਨੂੰ ਇਹ ਸਮਝ ਆ ਰਹੀ ਹੈ ਕਿ ਆਉਣ ਜਾਣ ਤੋਂ ਪਰੇ ਇੱਕ ਹੋਰ ਡਾਇਮੈਂਸ਼ਨ ਹੈ। ਮੈਂ ਤਾਂ ਸਿਰਫ ਆਉਣਾ ਔਰ ਜਾਣਾ ਜਾਣਦਾ ਹਾਂ ਕਿ ਕੋਈ ਜਨਮ ਲੈ ਰਿਹਾ ਉਹ ਆ ਰਿਹਾ ਹੈ, ਕੋਈ ਮ੍ਰਿਤਿੂ ਵਿੱਚ ਹੈ ਉਹ ਜਾ ਰਿਹਾ ਹੈ, ਪਰ ਕੋਈ ਸਮਾ ਵੀ ਰਿਹਾ ਹੈ। ਇਹ ਮੈਂ ਨਹੀਂ ਵਿਚਾਰਿਆ, ਯੋਗੀ ਵਿਚਾਰ ਚੁੱਕੇ ਹਨ। ਔਰ ਉਹ ਪੁੱਛਦੇ ਹਨ ਕਿ ਜਿਹੜਾ ਤੀਜਾ ਹੈ, ਜਿਹੜਾ ਫਿਰ ਨਾ ਆਏਗਾ ਨਾ ਜਾਏਗਾ, ਉਹ ਕਿੱਥੇ ਸਮਾਏਗਾ। ਇਹ ਹੈ ਨਾ ਪ੍ਰਸ਼ਨ ਪੁੱਛਣ ਵਾਲਾ। ਇਹ ਪ੍ਰਸ਼ਨ ਹੀ ਸਾਡੇ ਮਨ 'ਚ ਨਹੀਂ ਆਉਂਦਾ। ਅਸੀਂ ਤਾਂ ਮਰਨ ਔਰ ਜੀਣ ਨੂੰ ਹੀ ਪੂਰਾ ਸਮਝਦੇ ਹਾਂ, ਪਰ ਯੋਗੀ ਕਹਿ ਰਹੇ ਹਨ ਕਿ ਕੁਝ ਹੋਰ ਵੀ ਹੈ। ਜਿਹੜਾ ਸਮਾ ਗਿਆ ਉਹ ਕਿੱਥੇ ਸਮਾਏਗਾ। ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ। ਇਹ ਕਿਤਨਾ ਹੀ ਡੀਪ ਕੁਐਸਚਨ ਹੈ। ਜੀਵਨ ਦੇ ਤੱਤ ਬਾਰੇ ਪ੍ਰਸ਼ਨ ਹੈ। ਇਹ ਜਿਹੜੇ ਪ੍ਰਸ਼ਨ ਨੇ ਇਹ ਵਿਚਾਰਾਂ ਤੋਂ ਪਰੇ ਨੇ ਔਰ ਇਹਨਾਂ ਦੇ ਆਨਸਰ ਵੀ ਵਿਚਾਰ ਤੋਂ ਪਰੇ ਨੇ। ਇਸ ਕਰਕੇ ਅਗਰ ਕੋਈ ਸਾਡੇ 'ਚੋਂ ਇਹ ਸਮਝਦਾ ਹੈ ਕਿ ਅਸੀਂ ਵਿਚਾਰਾਂ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਸਮਝ ਲਵਾਂਗੇ, ਨਹੀਂ ਸਮਝ ਪਾਵਾਂਗੇ। ਅਸੀਂ ਇਸ਼ਾਰੇ ਸਮਝ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਸ਼ਾਰਾ ਕੀਤਾ ਹੈ। ਬਾਕੀ ਅੱਗੇ ਦੀ ਗੱਲ ਸਾਡੀ ਆਪਸੀ ਕਮਾਈ ਦੀ ਹੈ, ਸੰਗਤ ਦੀ ਹੈ। ਇਹ ਭੇਦ ਤੇ ਉਹਨੂੰ ਖੁੱਲ੍ਹਣਗੇ ਜੋ ਮਿਹਨਤ ਕਰੇਗਾ। ਇਹ ਪਾਸਿੰਗ ਕੁਐਸਚਨਸ ਨਹੀਂ ਹਨ। ਥੀਸ ਆਰ ਲਾਈਫ ਇਸ਼ੂਜ਼ ਜਿਹੜੀ ਸਾਰੀ ਦੁਨੀਆ ਪੁੱਛ ਰਹੀ ਹੈ, ਪਰ ਜਵਾਬ ਨਹੀਂ ਹਨ ਕਿਸੇ ਕੋਲ। ਕਹਾਂ ਤੇ ਆਵੇ, ਕਹਾਂ ਐ ਜਾਵੇ, ਕਹਾਂ ਐ ਰਹੇ ਸਮਾਈ। ਇਹ ਕੀ ਕਮਾਲ ਦਾ ਕੁਐਸਚਨ ਹੈ। ਕਿੱਥੋਂ ਇਹ ਜਨਮ ਲੈ ਰਿਹਾ ਹੈ, ਜਦੋਂ ਤਾਂ ਕਿੱਥੋਂ ਆ ਰਿਹਾ ਹੈ। ਇਹ ਜਦੋਂ ਮ੍ਰਿਤਿੂ ਵਿੱਚ ਹੈ ਤਾਂ ਕਿੱਧਰ ਜਾ ਰਿਹਾ ਹੈ। ਔਰ ਜਿਹੜਾ ਤੀਜਾ ਹੈ, ਜਿਹੜਾ ਨਾ ਆ ਰਿਹਾ ਹੈ ਨਾ ਜਾ ਰਿਹਾ ਹੈ, ਉਹ ਕਿੱਥੇ ਸਮਾ ਰਿਹਾ ਹੈ। ਇਹ ਹੈ ਗੱਲ। ਕੋਈ ਤਾਂ ਸਮਾ ਰਿਹਾ ਹੈ, ਕਿਸੇ ਨੂੰ ਤਾਂ ਪ੍ਰਾਪਤ ਹੋ ਰਹੀ ਹੈ, ਮੈਨੂੰ ਔਰ ਆਪ ਨੂੰ ਨਹੀਂ ਹੋ ਰਹੀ। ਦੋ ਡਾਇਮੈਂਸ਼ਨਸ ਜੀਵਨ ਦੀਆਂ ਦਿਖ ਰਹੀਆਂ ਨੇ, ਇੱਕ ਆਵਾਗਾਉਣ ਮੂਵਮੈਂਟ ਔਰ ਇੱਕ ਸਥਿਰਤਾ। ਇਸ ਪ੍ਰਸ਼ਨ ਵਿੱਚ ਦੋਨੋਂ ਬਾਰੇ ਪ੍ਰਸ਼ਨ ਉੱਠ ਰਿਹਾ ਹੈ ਕਿ ਵੇਅਰ ਇਜ਼ ਦੀ ਐਨਰਜੀ ਕਮਿੰਗ ਐਂਡ ਗੋਇੰਗ ਫਰੋਮ ਐਂਡ ਵੇਅਰ ਇਜ਼ ਇਟ ਸਟੇਬਲ। ਇਹ ਦੋ ਪ੍ਰਸ਼ਨ ਹਨ। ਇਹ ਸਾਰੇ ਜੀਵਨ ਦੀ ਡਿਸਕਸ਼ਨ ਦਰਅਸਲ ਇਹਨਾਂ ਬਾਰੇ ਹੀ ਚੱਲ ਰਹੀ ਹੈ, ਜਿਸ ਨੂੰ ਅਸੀਂ ਰਹਾਉ ਦੀ ਤੁਕ ਵਿੱਚ ਹੀ ਪ੍ਰਗਟ ਦੇਖਦੇ ਹਾਂ। ਕਿਆ ਭਵੀਏ ਸੱਚ ਸੂਚਾ ਹੋਏ। ਭਵੀਏ ਮੂਵਮੈਂਟ ਕਿਉਂ ਮੂਵ ਕਰਦਾ ਹੈ, ਕਿਉਂ ਇੱਧਰੋਂ ਉੱਧਰ ਜਾ ਰਿਹਾ ਹੈ, ਕਿਉਂ ਬਾਹਰ ਨਿਕਲਿਆ ਹੈ, ਭਟਕ ਰਿਹਾ ਹੈ। ਕਿਆ ਭਵੀਏ ਸੱਚ ਸੂਚਾ ਹੋਏ। ਸੱਚ ਤਾਂ ਸੂਚੇ ਨਾਲ ਮਿਲੇਗਾ, ਸੁੱਚਾ ਹੋਣ ਨਾਲ ਸੱਚ ਮਿਲੇਗਾ, ਜਾਂ ਸੱਚ ਮਿਲਣ ਨਾਲ ਸੁੱਚੇ ਹੋ ਜਾਵਾਂਗੇ। ਫਿਰ ਕੀ ਹੋਏਗਾ। ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਮੁਕਤੀ ਦੀ ਗੱਲ ਚੱਲ ਰਹੀ ਹੈ, ਫਰੀਡਮ ਦੀ। ਇਹਦਾ ਮਤਲਬ ਫਰੀਡਮ ਔਰ ਭ੍ਰਮਣ ਦਾ ਕੁਝ ਰਿਲੇਸ਼ਨਸ਼ਿਪ ਹੈ। ਜਿਹੜਾ ਮੂਵਮੈਂਟ ਦੇ ਵਿੱਚ ਹੈ ਉਹ ਫਰੀ ਨਹੀਂ ਹੈ, ਉਹ ਸਦਾ ਹੀ ਅਸਥਿਰ ਹੈ, ਕੌਨਸਟੈਂਟਲੀ ਮੂਵਿੰਗ। ਜਿਵੇਂ ਮੇਰੀ ਥਾਟ ਹੈ, ਕੌਨਸਟੈਂਟਲੀ ਚੱਲ ਰਹੀ ਹੈ ਔਰ ਮੈਨੂੰ ਹਮੇਸ਼ਾ ਹੀ ਬੇਚੈਨ ਰੱਖਦੀ ਹੈ। ਇਹ ਭ੍ਰਮਣ ਵਾਲੀ ਥਾਟ ਹੈ। ਇਹ ਮੇਰਾ ਮਨ ਦੀ ਅਵਸਥਾ ਹੈ, ਮੇਰੇ ਮਨ ਦੀ। ਮਨ ਦੀ ਤਹਿ 'ਤੇ ਇੱਥੇ ਪ੍ਰਸ਼ਨ ਕੁਝ ਹੋਰ ਬਣ ਜਾਏਗਾ। ਮਨ ਕਿਉਂ ਭ੍ਰਮਣ ਕਰਦਾ ਹੈ ਤੂੰ? ਸੱਚ ਦੇ ਨਾਲ ਜੁੜ ਜਾ ਔਰ ਫਿਰ ਮੁਕਤ ਹੋ ਜਾਏਗਾ, ਮੁਕਤ ਹੋ ਜਾਏਗਾ, ਆਜ਼ਾਦ ਹੋ ਜਾਏਗਾ। ਤਾਂ ਇਹਦਾ ਮਤਲਬ ਜੀਵਨ ਵਿੱਚ ਦੋ ਚੀਜ਼ਾਂ ਡਿਫਾਈਨਡ ਨੇ ਔਰ ਡੈਥ ਔਰ ਲਾਈਫ ਦਾ ਰਿਲੇਸ਼ਨਸ਼ਿਪ ਇੱਕ ਨਾਲ ਹੈ ਔਰ ਦੂਸਰੇ ਦਾ ਰਿਲੇਸ਼ਨਸ਼ਿਪ ਸਥਿਰਤਾ ਨਾਲ ਹੈ, ਸਟੇਬਿਲਿਟੀ ਨਾਲ ਹੈ। ਭ੍ਰਮਣ ਵਿੱਚ ਜੋ ਹੈ ਉਹ ਮਰ ਔਰ ਜੀ ਰਿਹਾ ਹੈ। ਮਰਨਾ ਔਰ ਜੀਣਾ ਭਾਵੇਂ ਸਰੀਰ ਕਰਕੇ ਹੋਏ ਜਾਂ ਨਾ ਹੋਏ, ਮਰਨਾ ਔਰ ਜੀਣਾ ਵੀ ਮਲਟੀ ਡਾਇਮੈਂਸ਼ਨਲ ਹੈ। ਸਿਰਫ ਸਰੀਰ ਵਿੱਚ ਆ ਜਾਣਾ ਮਰਨਾ ਔਰ ਜੀਣਾ ਨਹੀਂ ਹੋਏ, ਕਈ ਹੋਰ ਡਾਇਮੈਂਸ਼ਨਸ ਵੀ ਹੋ ਸਕਦੀਆਂ। ਮੈਂ ਆਪਣਾ ਕਰੀਅਰ ਬਦਲੀ ਕੀਤਾ, ਇੱਕ ਨਵਾਂ ਜਨਮ ਹੋ ਗਿਆ।
ਕਿਸੇ ਦੀ ਜੀਵਨ ਵਿੱਚ ਲਾਈਫ ਕ੍ਰਾਈਸਿਸ ਆ ਗਈ, ਉਸਨੇ ਪਹਿਲੀ ਮੈਰਿਜ ਡਾਈਵੋਰਸ ਕਰ ਦਿੱਤੀ, ਇੱਕ ਨਵਾਂ ਤਰ੍ਹਾਂ ਦਾ ਜੀਵਨ ਸ਼ੁਰੂ ਹੋ ਗਿਆ। ਭ੍ਰਮਣ ਵਿੱਚ ਹੈ, ਮੂਵਮੈਂਟ ਵਿੱਚ ਚੱਲ ਰਿਹਾ ਹੈ ਸਭ ਕੁਝ। ਜੀਵਨ ਜਿਸ ਨੂੰ ਅਸੀਂ ਜਾਣਦੇ ਹਾਂ ਉਹ ਸਾਰਾ ਮੂਵਮੈਂਟ ਵਿੱਚ ਹੈ। ਮੇਰੀ ਥਾਟ ਵੀ ਸਦਾ ਮੂਵਮੈਂਟ ਵਿੱਚ ਹੈ। ਥਾਟਲੈਸ ਜੀਵਨ ਨੂੰ ਮੈਂ ਨਹੀਂ ਜਾਣਦਾ ਹਾਂ। ਵਿਚਾਰਨਾ ਕਦੇ ਇਸ ਤਰ੍ਹਾਂ ਦਾ ਹੁੰਦਾ ਜਦੋਂ ਥਾਟ ਦੇ ਬਿਨਾਂ ਜੀਵਨ ਹੋ ਜਾਏ। ਸ਼ਾਇਦ ਕਦੇ ਹੁੰਦਾ ਹੋਏ, ਜਦੋਂ ਬਹੁਤ ਪਿਆਰ ਨਾਲ ਮਿਊਜ਼ਿਕ ਸੁਣਿਆ ਹੋਏ, ਕਿਤੇ ਸੋਚ ਗਿਰ ਗਈ ਥੋੜ੍ਹੀ ਦੇਰ ਲਈ, ਜਾਂ ਕੋਈ ਇਹੋ ਜਿਹੀ ਐਕਟੀਵਿਟੀ ਪੂਰੀ ਐਨਰਜੀ ਨਾਲ ਕੀਤੀ ਜਿੱਥੇ ਪੂਰੇ ਪ੍ਰਾਣ ਲੱਗ ਗਏ, ਸੋਚ ਵੀ ਲੱਗ ਗਈ। ਕੋਈ ਮੈਥਸ ਦਾ ਬੜਾ ਗਹਿਨ ਕੁਐਸਚਨ ਹੈ, ਮੈਂ ਉਸ 'ਤੇ ਇੰਨੀ ਐਨਰਜੀ ਲਗਾਈ ਕਿ ਮੈਨੂੰ ਮੈਥਸ ਦੇ ਅੰਦਰ ਹੀ ਡੁੱਬ ਗਿਆ, ਹੋਰ ਸੋਚ ਨਹੀਂ ਰਹਿ ਗਈ, ਦੁਨੀਆ ਬਾਰੇ ਭੁੱਲ ਗਿਆ ਸਭ। ਤਾਂ ਐਨਰਜੀ ਇਕਾਗਰ ਹੋ ਗਈ, ਉੱਥੇ ਸ਼ਾਂਤੀ ਮਿਲੇਗੀ। ਇਸ ਕਰਕੇ ਆਪ ਦੇਖਣਾ ਕਿ ਜੀਵਨ ਵਿੱਚ ਕਈ ਲੋਕ ਇਹੋ ਜਿਹੀ ਐਕਟੀਵਿਟੀਜ਼ ਕਰਦੇ ਨੇ ਜਿਨ੍ਹਾਂ ਵਿੱਚ ਉਹਨਾਂ ਨੂੰ ਬਹੁਤ ਪੀਸ ਮਹਿਸੂਸ ਹੁੰਦੀ ਹੈ। ਉਹਨਾਂ ਦਾ ਮਨ ਇਕਾਗਰ ਹੋ ਜਾਂਦਾ। ਕੋਈ ਪਿਆਨੋ ਵਜਾ ਰਿਹਾ, ਕੋਈ ਵਾਇਲਨ ਐਕਸਪਰਟ ਬਣ ਗਿਆ ਹੈ, ਉਹਦੇ ਵਿੱਚ ਹੀ ਡੁੱਬ ਜਾਂਦਾ ਹੈ, ਆਪਣਾ ਆਪ ਭੁੱਲ ਜਾਂਦਾ ਹੈ, ਤੈਰਨ ਲੱਗ ਪੈਂਦਾ ਹੈ, ਸ਼ਾਂਤ ਹੋ ਜਾਂਦਾ ਹੈ ਮਨ। ਇਸ ਨੂੰ ਫਿਰ ਲੋਕਾਂ ਨੇ ਮੈਡੀਟੇਸ਼ਨ ਵੀ ਕਹਿ ਦਿੱਤਾ। ਮੈਡੀਟੇਟ ਕਰੋ। ਦਰਅਸਲ ਜਿਹਦੇ ਵਿੱਚ ਕਰਨਾ ਹੋਏਗਾ ਉਹ ਮੈਡੀਟੇਸ਼ਨ ਨਹੀਂ ਹੈ, ਨਾ ਕਰਨ ਵਿੱਚ ਮੈਡੀਟੇਸ਼ਨ ਹੈ। ਤਾਂ ਮੈਡੀਟੇਸ਼ਨ ਵਰਡ ਆਪਣੇ ਆਪ ਵਿੱਚ ਧੋਖਾ ਹੈ। ਹਾਂ, ਧਿਆਨ ਇੱਕ ਅਵਸਥਾ ਹੈ ਜਿਸ ਨੂੰ ਸਾਹਿਬ ਨੇ ਵੀ ਸਾਨੂੰ ਇਸ਼ਾਰਤਨ ਸਮਝਾਇਆ ਹੈ। ਯੋਗੀ ਪਹਿਲੀ ਪੰਕਤੀ ਵਿੱਚ ਇਹ ਪ੍ਰਸ਼ਨ ਪੁੱਛਦੇ ਹਨ, ਕਹਾਂ ਤੇ ਆਵੇ, ਕਹਾਂ ਇਹ ਜਾਵੇ। ਕਿਧਰੋਂ ਆਇਆ ਕਿਧਰ ਗਿਆ, ਕਹਾਂ ਇਹ ਰਹੇ ਸਮਾਈ। ਇਸ ਸ਼ਬਦ ਕੋ ਜੋ ਅਰਥ ਆਵੇ, ਤਿਸ ਗੁਰ ਤਿਲ ਨਾ ਤਮਾਈ। ਇਸ ਸ਼ਬਦ ਨੂੰ, ਇਸ ਵਿਚਾਰ ਨੂੰ ਜੋ ਸਾਨੂੰ ਸਮਝਾਏਗਾ ਉਹਦੇ ਅਰਥ, ਉਹ ਜਿਹੜਾ ਗੁਰੂ ਹੈ, ਉਹਦੇ ਵਿੱਚ ਕੋਈ ਤਮਾ ਨਹੀਂ ਹੈ, ਉਹਦੇ ਵਿੱਚ ਕੋਈ ਉਹ ਸੈਲਫਲੈਸ ਹੈ। ਇਹ ਹੁਣ ਯੋਗੀਆਂ ਦਾ ਪ੍ਰਸ਼ਨ ਹੈ। ਇਹ ਯੋਗੀ ਜੀਵਨ ਬਾਰੇ ਦੱਸ ਰਹੇ ਹਨ ਕਿ ਜਿਸ ਨੂੰ ਇਹਦੇ ਬਾਰੇ ਗਿਆਨ ਹੈ ਉਹ ਆਪਣੀ ਸੈਲਫ ਤੋਂ ਪਰੇ ਹੈ, ਉਹ ਗੁਰੂ ਹੈ। ਕਿਉਂਕਿ ਉਹਨੂੰ ਪਤਾ ਹੈ ਉਸ ਕਿਤਨੇ ਵਜਨਦਾਰ ਪ੍ਰਸ਼ਨ ਪੁੱਛ ਰਿਹਾ ਹੈ, ਔਰ ਇਸ ਦਾ ਜਵਾਬ ਜਿਹਦੇ ਕੋਲ ਹੈ ਉਸ ਕਿਸ ਨੇਚਰ ਦਾ ਫਿਰ ਇਨਸਾਨ ਹੋ ਸਕਦਾ ਹੈ। ਤਾਂ ਗੁਰੂ ਮਹਾਰਾਜ ਨੂੰ ਇੱਕ ਤਰ੍ਹਾਂ ਦਾ ਸਾਈਡਵੇਜ਼ ਕੰਪਲੀਮੈਂਟ ਹੋ ਗਿਆ ਕਿ ਇਹਦਾ ਜਵਾਬ ਜੋ ਜਾਣਦਾ ਹੈ ਉਹ ਗੁਰੂ ਹੈ, ਔਰ ਉਸ ਨੂੰ ਸੈਲਫਲੈਸ ਹੈ। ਗੁਰੂ ਮਹਾਰਾਜ ਤਾਂ ਆਪ ਹੀ ਸਾਨੂੰ ਕਹਿ ਰਹੇ ਹਨ, ਸੱਚ ਵਖਰ ਕੇ ਹਮ ਬਣ ਜਾ ਰਹੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਉਹ ਸੱਚ ਦੇ ਵਪਾਰੀ ਨੇ। ਜੇ ਅਸੀਂ ਸੱਚ ਨੂੰ ਢੂੰਡਣ ਨਿਕਲਾਂਗੇ ਤਾਂ ਗੁਰੂ ਮਿਲ ਜਾਏਗਾ ਸਾਨੂੰ। ਗੁਰੂ ਨੂੰ ਮਿਲਣ ਦੀ ਵਿਧੀ ਕੀ ਹੈ? ਸੱਚ ਦਾ ਵਪਾਰ ਕਰਨਾ। ਸੱਚ ਨੂੰ ਜਾਣਨ ਲਈ ਦੁਨੀਆ ਵਿੱਚ ਜੀਣਾ ਗੁਰੂ ਨਾਨਕ ਨੂੰ ਮਿਲਣ ਦੀ ਸ਼ਾਰਟ ਵਿਧੀ ਹੈ, ਕਿਉਂਕਿ ਵਪਾਰ ਗੁਰੂ ਨਾਨਕ ਸੱਚ ਦਾ ਕਰਦਾ ਹੈ। ਪਰ ਅਸੀਂ ਸੱਚ ਦਾ ਵਪਾਰ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਾਂ। ਸੱਚ ਦਾ ਵਪਾਰ ਕਰਨ ਲਈ ਵੀ ਇੱਕ ਡਰਾਈਵ ਚਾਹੀਦੀ ਹੈ, ਇੱਕ ਇਨਰ ਡਿਟੈਚਮੈਂਟ ਚਾਹੀਦੀ ਹੈ। ਜੀਵਨ ਨੂੰ ਪੂਰੀ ਤਰ੍ਹਾਂ ਜੀਣਾ ਚਾਹੀਦਾ ਹੈ ਤਾਂ ਕਿ ਸਮਝ ਆ ਜਾਏ ਕਿ ਜੀਵਨ ਵਿੱਚ ਸੱਤ ਨਹੀਂ ਹੈ, ਤਾਂ ਫਿਰ ਸੱਤ ਕਿਧਰੇ ਹੋਰ ਹੈ, ਉਹਨੂੰ ਲੱਭਣ ਨਿਕਲੇਗਾ। ਤਾਂ ਹੀ ਜਦੋਂ ਇਹ ਸਮਝ ਆ ਜਾਏਗੀ ਕਿ ਝੂਠ ਨਹੀਂ ਹੈ, ਝੂਠ ਹੈ ਸਭ ਕੁਝ। ਔਰ ਉਹ ਤਾਂ ਸਮਝ ਆਏਗੀ ਜਦੋਂ ਅਸੀਂ ਦੁੱਖ ਔਰ ਸੁੱਖ ਦੋਨਾਂ ਨੂੰ ਬਰਾਬਰੀ ਵਿੱਚ ਲੈ ਕੇ ਜੀਆਂਗੇ। ਦੁੱਖ ਸਾਨੂੰ ਸਿਖਾਏਗਾ ਕਿ ਸੁੱਖ ਤਾਂ ਸੀਗਾ, ਪਰ ਉਹ ਦੁੱਖ ਦਾ ਹੀ ਪ੍ਰਤੀਬਿੰਬ ਹੈ, ਰਿਫਲੈਕਸ਼ਨ ਆਫ ਪੇਨ ਜੋਏ ਨਜ਼ਰ ਆਉਂਦੀ ਹੈ। ਦੋਨੋਂ ਇੱਕੋ ਚੀਜ਼ ਹਨ। ਤਾਂ ਜਦੋਂ ਮੈਂ ਭੋਗਦਾ ਵਾਂ ਜੀਵਨ ਦੇ, ਉਦੋਂ ਮੈਂ ਕਹਿੰਦਾ ਵਾਂ ਬਹੁਤ ਸੁਖੀ ਜੀਵਨ ਹੈ। ਪਰ ਜਦੋਂ ਪੇਨ ਆਉਂਦੀ ਹੈ, ਦੁੱਖ ਆਉਂਦਾ ਹੈ, ਤਾਂ ਫਿਰ ਮੈਂ ਪੁੱਛਦਾ ਵਾਂ ਮੈਨੂੰ ਦੁੱਖ ਕਿਉਂ ਆ ਰਿਹਾ ਹੈ। ਫਿਰ ਮੈਂ ਈਗੋ ਸੈਂਟਰਡ ਹੋ ਜਾਂਦਾ। ਉਦੋਂ ਮੈਂ ਦੁੱਖ ਨੂੰ ਉਸ ਤਰ੍ਹਾਂ ਨਹੀਂ ਮਿਲਦਾ ਜਿਵੇਂ ਸੁੱਖ ਨੂੰ ਮਿਲਦਾ ਹਾਂ। ਦਰਅਸਲ ਦੁੱਖ ਔਰ ਸੁੱਖ ਤਾਂ ਇਕੱਠੇ ਹੀ ਰਹਿੰਦੇ ਹਨ। ਇੱਕ ਨੂੰ ਲੱਭਣ ਜਾਵਾਂਗੇ ਦੂਜਾ ਮਿਲ ਜਾਏਗਾ। ਇੱਕ ਗ੍ਰੀਕ ਮੈਥੋਲੋਜੀ ਵਿੱਚ ਇੱਕ ਸਟੋਰੀ ਹੈ। ਸੋਕਰਟੀਜ਼ ਉਹਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਦੁੱਖ ਔਰ ਸੁੱਖ ਜਿਹੜੇ ਸਨ ਇਹ ਬੜੇ ਗਹਿਨ ਮਿੱਤਰ ਸਨ, ਕਲੋਜ਼ ਫਰੈਂਡਸ।
और लड़ पे। इतनी ज़्यादा लड़ाई हो गई तो लड़ के रब कोल गए तो रब ने मनाउण की कोशिश की, नहीं मन्ने। इस तरह ही होंदा है ना, साडे विच भी दोस्ती होंदी है तो बहुत दोस्ती होंदी है, फिर उदों जो पलटा पैंदा उतनी ही गहन लड़ाई होंदी है। फिर कई बार असी देखा होएगा कि लव मैरिज हो रही है इन्नी इंटेंसिटी नाल, उतनी ही इंटेंसिटी नाल फिर डाइवोर्स भी हो रहा है। ये मन के पहलू हैं। मन एक पासे नूं गया प्रेम विच आ गया, दूजे पासे नूं क्या लड़न विच आ गया। दोनों तो मन के पहलू हैं। यह भवन का भ्रमण का यही रेपरकशन भी है ना। एनर्जी विच साडी स्टेबिलिटी नहीं है, असी उस मन विच रहिंदे हां जिहड़ा हमेशा मूवमेंट विच है। तो वो लड़ाई हो गई उन्हां दी, तो रब ने मनाया, मन्ने नहीं। तो रब ने की कीता, फिर एक लत्त एक दी ते दूजी लत्त दूजे दी बन दित्ती। एक समझाउण दा तरीका है कि जे एक नूं तुसीं तुहाडे कोल है तो दूजा दूर नहीं है। तो वो ग्रीक मैथोलॉजी विच कहंदे है कि यह समझ लेना कि तुहाडे नाल अगर सुख है तो दुख बहुता दूर नहीं है, तुहाडे नाल अगर दुख है तो सुख नाल दे दीवान च बैठा है, इकट्ठे ही चलते हैं। यह द्वैत दे करके दुनिया है। अगर सिर्फ दुनिया विच सुख होएगा तो दुनिया कुछ होर तरह की होएगी, फिर कोई लोड़ नहीं है मुक्ति लैण दी। पर क्योंकि सुख और दुख इकट्ठे चलते हैं, इहदे विच द्वैत है, डिवाइडेड एनर्जी है। तो योगी पुछदे ने, इस शब्द को जो अर्थ आवे तिस गुरु तिल ना तमाई। जो इस दे अर्थ दस देगा वो गुरु है, और उन्होंने कोई सैल्फिश मोटिव नहीं है जीवन विच। अगला प्रश्न, क्यों तत्ते अवगत पावे, गुरमुख लगे प्यारो। किवें तत्त नूं जाण लवांगे जीवन दे, द क्रक्स ऑफ लाइफ किवें जाणांगे। अवगते पावे, अवगते जो अनडिफाइंड है, जिसनूं डिफाइन नहीं किया जा सकता, वो किवें पावांगे। और किवें साडे विच अनकंडीशनड लव उत्पन्न होएगा। गुरमुख लगे प्यारो। ये सारे प्रश्न वो पूछ रहे हैं जिन्होंने ऑलरेडी हाफ नॉलेज है। इसदा मतलब उन्होंने यह समझ आ गई कि प्यार एक की है, प्रेम एक रस्ता है, एक सल्यूशन है लाइफ का। तो वो पूछ रहे ने, गुरमुख लगे प्यारो, किवें मैनू मेरे अंतर विच प्यार किवें जगेगा। जिहड़ा गुरु साहब भी सानू कहंदे, गावीए सुणीए मन रखीए भाओ। जदों प्रेम नाल गावांगे, दुख पर हर सुख कर लै जाए। यह प्रश्न फिर योगी पुछते हैं, क्यों तत्ते, किस तरह तत्त नूं जाण लवांगा, किस तरह अवगत नूं पा लवांगा। उस गति नूं जिहड़ी डिफाइन नहीं की जा सकती किवें पा लवांगे। गुरमुख लगे प्यारो, गुरमुख नूं अंदर प्रेम किवें जगेगा। आपे सुरता आपे कहता करता, कहो नानक विचारो। वो आप ही सुनता है सब कुछ और आप ही वो करता है। उस बारे विचार दसो। गुरु नानक साहब नूं योगी पुछ रहे हैं। यह 3, 4, 5, 6 प्रश्न इस पदे विच आ गए हैं। और कल दे पदे विच आप नूं पता ही है कि कुछ गहन प्रश्न पहले ही पूछे गए हैं। काहे ते काहे कहाँ ते आवे, कहाँ ए जावे, कहाँ ए रहे समाई। ऐस शब्द को जो अर्थ आवे तिस गुर तिल न तमाई। क्यों तत्ते अवगते पावे, गुरमुख लगे प्यारो। आपे सुरता आपे करता, कहो नानक विचारो। आप वो सुरता है, आप वो करता है, आप वो सब कुछ सुनने वाला है, आप वो सब कुछ करने वाला है। कहो नानक विचारो, यदि विचार करिए। यह प्रश्न तो माइंड बॉगलिंग जे प्रश्न हैं, मन तो विचारां तो परे दे प्रश्न हैं। मैनू यह हैरानगी थोड़ी होंदी है कि साडे पंथ विच इस सिद्ध गोष्ठ की विचार जितनी होनी चाहिए है
ਉਸ ਤੋਂ ਬਹੁਤ ਹੀ ਘੱਟ ਹੈ। ਇਸ ਬਾਣੀ ਦੀ ਵਿਚਾਰਤਾ ਇੰਨੀ ਖੁੱਲ੍ਹ ਕੇ ਹੋਣੀ ਚਾਹੀਦੀ ਹੈ ਕਿ ਸਾਡੇ ਹਰ ਬੱਚੇ ਨੂੰ ਬਾਣੀ ਦਾ ਪਤਾ ਹੋਏ। ਇੱਕ ਪ੍ਰਸ਼ਨ ਸਾਡੇ ਸਾਰਿਆਂ ਦੇ ਨੇ ਜਿਹੜੇ ਯੋਗੀ ਪ੍ਰਸ਼ਨ ਪੁੱਛਦੇ ਹਨ। ਗੁਰੂ ਸਾਹਿਬ ਇਹਦਾ ਹੁਣ ਜਵਾਬ ਆਰੰਭ ਕਰਦੇ ਹਨ, ਔਰ ਇਹਨਾਂ ਜਵਾਬ, ਇੱਕ ਪੰਕਤੀ ਦੇ ਜਵਾਬ ਵਿੱਚ ਇੰਨਾ ਕੁਝ ਕਿਹਾ ਜਾ ਰਿਹਾ ਹੈ ਕਿ ਬਹੁਤ ਇਹਨੂੰ ਐਕਸਪਲੇਨ ਕਰਨਾ ਬੜਾ ਡਿਫਿਕਲਟ ਹੋ ਜਾਂਦਾ ਹੈ। ਪ੍ਰਸ਼ਨ ਸੀ, ਕਹਾਂ ਤੇ ਆਵੇ ਕਹਾਂ ਐ ਜਾਵੇ, ਕਹਾਂ ਐ ਰਹੇ ਸਮਾਈ। ਗੁਰੂ ਮਹਾਰਾਜ ਕਹਿੰਦੇ ਨੇ, ਹੁਕਮੇ ਆਵੇ ਹੁਕਮੇ ਜਾਵੇ, ਹੁਕਮੇ ਰਹੇ ਸਮਾਈ। ਇਸ ਜਵਾਬ ਦੇ ਹੁਣ ਪ੍ਰਸ਼ਨ ਜਵਾਬ ਦੇ ਜਿਹੜੀ ਹੁਣ ਡਾਇਮੈਂਸ਼ਨਸ ਨੇ ਬਹੁਤ ਹੀ ਇੰਟੈਂਸ ਨੇ ਔਰ ਮਲਟੀਫੇਰਸ ਨੇ। ਅਸੀਂ ਇਹ ਕਹਿ ਸਕਦੇ ਹਾਂ ਕਿ ਉਹਦੇ ਹੁਕਮ ਵਿੱਚ ਆ ਰਿਹਾ, ਉਹਦੇ ਹੁਕਮ ਵਿੱਚ ਜਾ ਰਿਹਾ, ਉਹਦੇ ਹੁਕਮ ਵਿੱਚ ਸਮਾ ਰਿਹਾ। ਬਿਲਕੁਲ ਠੀਕ ਹੈ, ਪਰ ਇਹਨੂੰ ਸਮਝਣਾ ਪਏਗਾ ਥੋੜ੍ਹਾ ਹੋਰ। ਹੁਕਮ ਦੀ ਇੱਕ ਡੈਫੀਨੇਸ਼ਨ ਇਹ ਵੀ ਬਣਦੀ ਹੈ, ਕ੍ਰੀਏਟਰ ਦੇ ਆਰਡਰ। ਜਿਵੇਂ ਹਿੰਦੁਸਤਾਨ ਦੇ ਵਿੱਚ ਕਾਨੂੰਨ ਹੈ, ਉਹ ਕਾਨੂੰਨ ਹਿੰਦੁਸਤਾਨ ਦੀ ਰਿਐਲਿਟੀ ਰਿਫਲੈਕਟ ਕਰਦਾ ਹੈ। ਜਿਵੇਂ ਫਰਜ਼ ਕਰ ਲਓ ਕਿ ਹਿੰਦੁਸਤਾਨ ਦਾ ਇੱਕ ਝੰਡਾ ਹੈ, ਉਹ ਝੰਡਾ ਹੁਣ ਹਿੰਦੁਸਤਾਨ ਦੀ ਸਰਹੱਦ ਦੇ ਅੰਦਰ ਉਹੀ ਝੰਡਾ ਹੈ, ਅਤੇ ਜਿਹੜਾ ਹਿੰਦੁਸਤਾਨੀ ਹੈ ਉਸ ਝੰਡੇ ਨੂੰ ਮੰਨੇਗਾ, ਇਹ ਆਰਡਰ ਹੈ ਹਿੰਦੁਸਤਾਨ ਦਾ। ਜਿਹੜਾ ਨਹੀਂ ਮੰਨੇਗਾ ਉਹ ਹਿੰਦੁਸਤਾਨ ਨੂੰ ਨਹੀਂ ਮੰਨ ਰਿਹਾ। ਇਹਦਾ ਮਤਲਬ ਇੰਡੀਆ ਦੇ ਨਾਲ ਕਨੈਕਟ ਹੋਣ ਲਈ ਇੰਡੀਆ ਦੇ ਲਾਜ਼ ਦੇ ਵਿੱਚ ਰਹਿਣਾ ਪਏਗਾ, ਔਰ ਜੇ ਅਸੀਂ ਉਹਨਾਂ ਦੇ ਲਾਜ਼ ਵਿੱਚ ਨਹੀਂ ਰਵਾਂਗੇ ਤਾਂ ਫਿਰ ਅਸੀਂ ਆਪਣੇ ਆਪ ਨੂੰ ਇੰਡੀਆ ਨਹੀਂ ਕਹਾ ਸਕਦੇ। ਫਿਰ ਸਾਨੂੰ ਗਿਣਿਆ ਜਾਏਗਾ ਕਿ ਜੀ ਅਸੀਂ ਕਾਨੂੰਨ ਸਾਡੇ 'ਤੇ ਲਾਗੂ ਹੋ ਜਾਣਗੇ, ਪੈਨਲਟੀਜ਼ ਮਿਲਣਗੀਆਂ। ਇਸ ਤਰ੍ਹਾਂ ਉਸ ਨਿਰੰਕਾਰ ਦੇ ਕੁਝ ਕਾਨੂੰਨ ਨੇ ਜਿਹਦੇ ਵਿੱਚ ਸਾਰੀ ਦੁਨੀਆ ਚੱਲ ਰਹੀ ਹੈ। ਅਗਰ ਮੈਂ ਇਸ ਹੁਕਮ ਦੀ ਜਗ੍ਹਾ ਇਹ ਸ਼ਬਦ ਲਗਾ ਦਿਆਂ, ਉਹਦੇ ਲਾਜ਼ ਆਫ ਗਵਰਨੈਂਸ, ਉਹਦੇ ਲਾਜ਼ ਆਫ ਲਾਈਫ, ਤਾਂ ਉਹਦੇ ਲਾਜ਼ ਦੇ ਵਿੱਚ ਆ ਰਿਹਾ ਹੈ ਔਰ ਜਾ ਰਿਹਾ ਹੈ। ਉਹਦੇ ਲਾਜ਼ ਔਰ ਦੇ ਅੰਡਰ ਉਹ ਜਨਮ ਲੈ ਰਿਹਾ ਹੈ ਅਤੇ ਮਰ ਰਿਹਾ ਹੈ। ਉਹਦੇ ਕੁਝ ਲਾਜ਼ ਫਿਕਸਡ ਨੇ। ਜਿਵੇਂ ਜਿਸਨੇ ਜਨਮ ਲੈਣਾ ਉਸਨੇ ਮਰਨਾ ਹੈ, ਔਰ ਉਹਦੇ ਕੁਝ ਲਾਜ਼ ਨੇ ਜਿਹਦੇ ਅੰਡਰ ਉਹ ਸਮਾ ਵੀ ਸਕਦਾ ਹੈ। ਇਹ ਪੋਸੀਬਿਲਿਟੀਜ਼ ਹੁਕਮ ਦੇ ਅੰਡਰ ਹਨ। ਅਤੇ ਇਹਦਾ ਮਤਲਬ ਸਾਨੂੰ ਹੁਕਮ ਜਾਣਨਾ ਪਏਗਾ ਟੂ ਨੋ ਕਿ ਅਸੀਂ ਕਿੱਥੋਂ ਆ ਰਹੇ ਹਾਂ, ਕਿੱਥੇ ਜਾ ਰਹੇ ਹਾਂ। ਹੁਕਮ ਦੀ ਹੁਣ ਇੱਕ ਹੋਰ ਡਾਇਮੈਂਸ਼ਨ ਹੈ। ਮੈਂ ਤੁਹਾਡੇ ਨਾਲ 2 ਡਾਇਮੈਂਸ਼ਨਸ ਡਿਸਕਸ ਕਰ ਲਈਆਂ। ਇੱਕ ਹੋਰ ਡਾਇਮੈਂਸ਼ਨ ਹੈ, ਸਭ ਕੁਝ ਹੁਕਮ ਹੈ। ਸਾਰੀ ਦੁਨੀਆ, ਸਾਰੀ ਕ੍ਰੀਏਸ਼ਨ ਉਹਦਾ ਆਰਡਰ ਹੈ। ਤਾਂ ਅਸੀਂ ਉਸ ਕ੍ਰੀਏਸ਼ਨ ਵਿੱਚ ਆ ਔਰ ਜਾ ਰਹੇ ਹਾਂ, ਔਰ ਉਹਦੇ ਵਿੱਚ ਸਮਾ ਵੀ ਸਕਦੇ ਹਾਂ। ਐਜ਼ ਪਰ ਹਿਜ਼ ਲਾਜ਼ ਅਸੀਂ ਇਹ ਤਿੰਨਾਂ 'ਚੋਂ ਕਿਸੇ ਰੂਟ ਵਿੱਚ ਚੱਲ ਸਕਦੇ ਹਾਂ। ਹੁਕਮ ਦੀ ਇੱਕ ਡਾਇਮੈਂਸ਼ਨ ਹੋਰ ਹੈ, ਹੁਕਮ ਨਾਮ ਹੈ। ਨਾਮ ਹਰ ਜਗ੍ਹਾ ਹਾਜ਼ਰ ਹੈ, ਜਿਵੇਂ ਉਹਦਾ ਹੁਕਮ ਕਿਉਂਕਿ ਉਸਨੇ ਨਾਮ ਬਣਾਇਆ ਹੈ, ਤਾਂ ਉਹਦੇ ਆਰਡਰ ਨਾਲ ਨਾਮ ਬਣਿਆ ਹੈ, ਇਸ ਕਰਕੇ ਉਹਦਾ ਹੁਕਮ ਹੈ। ਇਸੇ ਤਰ੍ਹਾਂ ਪ੍ਰੇਮ ਉਹਦਾ ਹੁਕਮ ਹੈ। ਪ੍ਰੇਮ ਵਿੱਚ ਆਉਂਦਾ ਹੈ, ਪ੍ਰੇਮ ਵਿੱਚ ਜਾਂਦਾ ਹੈ, ਪ੍ਰੇਮ ਵਿੱਚ ਰਹਿੰਦਾ ਸਮਾਏ। ਅਗਰ ਪ੍ਰੇਮ ਨਾਲ ਜੁੜਿਆ ਹੋਏ ਤਾਂ ਨਾਮ ਦੇ ਵਿੱਚ ਆਇਆ, ਨਾਮ ਦੇ ਵਿੱਚ ਗਿਆ, ਨਾਮ ਦੇ ਵਿੱਚ ਸਮਾ ਗਿਆ। ਇਹ ਗੱਲ ਕਿਹਦੀ ਹੋ ਰਹੀ ਹੈ? ਮੇਰੇ ਮਨ ਦੀ ਹੋ ਰਹੀ ਹੈ, ਆਪ ਦੇ ਮਨ ਦੀ ਹੋ ਰਹੀ ਹੈ। ਅਗਰ ਮਨ ਨਾਮ ਨਾਲ ਜੁੜੇਗਾ ਤਾਂ ਉਹ ਸਮਾ ਜਾਏਗਾ, ਉਹਦੇ 'ਚ ਆਵਾਗਮਨ ਮਿਟ ਜਾਏਗਾ। ਤਾਂ ਸਾਹਿਬ ਨੇ ਉਸ ਗੱਲ ਨੂੰ ਅਗਲੀ ਪੰਕਤੀ ਵਿੱਚ ਖੋਲ੍ਹ ਦਿੱਤਾ ਹੈ, ਪੂਰੇ ਗੁਰ ਤੇ ਸਾਚ ਕਮਾਵੇ, ਗਤ ਮਿਤ ਸ਼ਬਦੇ ਪਾਈ। ਸ਼ਬਦ ਨਾਲ, ਸ਼ਬਦ ਉਹਦਾ ਹੁਕਮ ਹੈ। ਤਾਂ ਇਹ ਕ੍ਰੀਏਸ਼ਨ ਸਾਰਾ ਉਸ ਕ੍ਰੀਏਟਰ ਦਾ ਹੁਕਮ ਹੈ। ਉਹਦੇ ਲਾਜ਼ ਦੇ ਅੰਡਰ ਮੈਂ ਆ ਔਰ ਜਾ ਰਿਹਾ ਹਾਂ, ਔਰ ਕੁਛ ਲਾਜ਼ ਉਹਦੇ ਨੇ ਜਿਹਦੇ ਵਿੱਚ ਮੈਂ ਸਮਾ ਵੀ ਸਕਦਾ ਹਾਂ। ਉਹ ਲਾਜ਼ ਕਿਹੜੇ ਨੇ, ਇਹਨਾਂ ਨੂੰ ਸਮਝਣਾ ਹੈ। ਇਹ 2 ਹੀ ਚੀਜ਼ਾਂ ਨੂੰ ਡਿਫਾਈਨ ਕਰ ਰਿਹਾ ਹੈ ਪ੍ਰਸ਼ਨ, ਮੂਵਮੈਂਟ ਐਂਡ ਸਟੇਬਿਲਿਟੀ। ਤਾਂ ਕਿਹੜੀ ਚੀਜ਼ਾਂ ਨੇ ਜਿਹੜੀ ਮੂਵ ਕਰਦੀਆਂ ਨੇ ਔਰ ਜਿਹੜੀ ਚੀਜ਼ ਸਟੇਬਲ ਹੈ?
ਇੱਥੇ ਵਾਸਤੇ ਸਾਨੂੰ ਹੁਕਮ ਸਮਝਣਾ ਪਏਗਾ। ਹੁਕਮ ਬੂਝੇ ਸੋਈ ਪਰਵਾਨ। ਜਿਸ ਨੇ ਹੁਕਮ ਨੂੰ ਜਾਣ ਲਿਆ, ਔਰ ਹੁਕਮ ਨੂੰ ਕੌਣ ਜਾਣਦਾ ਹੈ? ਜਪਜੀ ਸਾਹਿਬ ਸਾਨੂੰ ਦੱਸਦੀ ਹੈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਜਿਸ ਨੇ ਹੁਕਮ ਨੂੰ ਜਾਣ ਲਿਆ, ਉਹ ਆਪ ਉਹਦੇ ਹੰਕਾਰ ਨਹੀਂ ਰਿਹਾ, ਜਾਂ ਜਿਹੜੀ ਆਪਣੀ ਈਗੋ ਤੋਂ ਬਿਯੋਂਡ ਚਲਾ ਗਿਆ, ਉਹਨੇ ਹੁਕਮ ਜਾਣ ਲਿਆ। ਉਹਨੇ ਫਿਰ ਕ੍ਰੀਏਸ਼ਨ, ਯਾਨੀ ਕਿ ਦੋ ਐਨਰਜੀਜ਼ ਪ੍ਰੀਵੇਲ ਕਰਦੀਆਂ ਨੇ ਇੱਥੇ, ਮੇਰਾ ਈਗੋ ਸੈਂਟਰਡ ਮਾਈਂਡ ਔਰ ਹੁਕਮ ਸੈਂਟਰਡ ਮਾਈਂਡ। ਜਦੋਂ ਮੈਂ ਹੁਕਮ ਦੇ ਵਿੱਚ ਲੀਨ ਹੋ ਜਾਂਦਾ ਵਾਂ ਤਾਂ ਮੈਂ ਨਹੀਂ ਰਹਿੰਦਾ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸ ਏਕ ਥਾਏ। ਨਾਮ ਔਰ ਹਉਮੈ ਇਕੱਠੇ ਨਹੀਂ ਰਹਿੰਦੇ। ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਜਦੋਂ ਮੈਂ ਮਿਟ ਗਿਆ ਤਾਂ ਤੂੰ ਆ ਗਿਆ, ਤਾਂ ਤੇਰਾ ਹੁਕਮ ਆ ਗਿਆ। ਇਹਦਾ ਮਤਲਬ ਇਹ ਗੋਡ ਜਿਹੜਾ ਹੈ, ਇਹ ਅਵਗਤ ਹੈ, ਇਹਦੀ ਡਿਫਾਈਨਡ ਐਨਰਜੀ ਨਹੀਂ ਹੈ। ਇਹਨੂੰ ਅਸੀਂ ਡਿਫਾਈਨ ਕੰਪਲੀਟਲੀ ਨਹੀਂ ਕਰ ਸਕਦੇ, ਬਟ ਇਹਦੀ ਕੁਆਲਿਟੀਜ਼ ਹਨ, ਔਰ ਇੰਟੈਲੀਜੈਂਸ ਉਹਦੀ ਇੱਕ ਕੁਆਲਿਟੀ ਹੈ। ਬਿਨਾਂ ਕਾਰਨ ਨਹੀਂ ਉਹ ਸਾਨੂੰ ਭਟਕਾਉਂਦਾ ਕਿਧਰੇ, ਕੁਝ ਕਾਰਨ ਕਰਕੇ ਭਟਕਦੇ ਹਾਂ। ਕੁਝ ਲਾਜ਼ ਗਵਰਨ ਕਰ ਰਹੇ ਹਨ ਸਾਨੂੰ, ਔਰ ਉਹਦੇ ਚੋਂ ਇੱਕ ਚਾਬੀ ਜੀਵਨ ਦੀ ਪ੍ਰੇਮ ਹੈ। ਚਾਬੀ ਵੇ ਆਊਟ, ਜਿਸ ਨੂੰ ਨਦਰ ਕਿਹਾ ਹੈ ਮਹਾਰਾਜ ਨੇ। ਨਦਰੀ ਮੋਖ ਦੁਆਰ, ਉਹਦੀ ਨਜ਼ਰ ਨਾਲ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ। ਉਸ ਨਜ਼ਰ ਦੀ ਗੱਲ ਕਰਦੇ ਹਾਂ ਜਦੋਂ, ਤਾਂ ਪ੍ਰੇਮ ਨਾਲ ਚੱਲਦਾ ਹੈ। ਉਹਦਾ ਰਸਤਾ ਪ੍ਰੇਮ ਦਾ ਹੈ, ਔਰ ਉਹ ਪ੍ਰੇਮ ਨਾਮ ਤੋਂ ਉਜਾਗਰ ਹੁੰਦਾ ਹੈ। ਉਸ ਪ੍ਰੇਮ ਨਾਲ ਜਦੋਂ ਅਸੀਂ ਉਹਦਾ ਨਾਮ ਲੈਂਦੇ ਹਾਂ, ਪ੍ਰੇਮ ਨਾਲ ਕੀਰਤਨ ਕਰਦੇ ਹਾਂ, ਪ੍ਰੇਮ ਨਾਲ ਜਾਪ ਕਰਦੇ ਹਾਂ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਜਨ ਨਾਨਕ ਕੋ ਗੁਰ ਅਹਿਮਤ ਦੀਨੀ, ਜਪ ਹਰ ਭਾਵ ਜਲ ਤਰਨਾ। ਇਹ ਮਤ ਦੇ ਰਿਹਾ ਹੈ ਉਹ ਕਿ ਇੱਥੋਂ ਪਾਰ ਜਾਣਾ ਹੈ ਤੇ ਜਪ, ਉਹਦਾ ਨਾਮ ਜਪ। ਔਰ ਨਾਮ ਜਪਣ ਨਾਲ ਕੀ ਹੋਏਗਾ? ਭ੍ਰਮਣ ਮੁੱਕ ਜਾਏਗਾ, ਜਿਸ ਨੂੰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਕਿਆ ਭਵੀਏ ਸੱਚ ਸੂਚਾ ਹੋਏ। ਭ੍ਰਮਣ ਨਹੀਂ ਰਹੇਗਾ ਫਿਰ ਜੀਵਨ ਵਿੱਚ। ਇਹ ਸ਼ਬਦ ਬਾਰ-ਬਾਰ ਸਾਡੇ ਸਾਹਮਣੇ ਆਉਂਦੇ ਹਨ। ਸ਼ਬਦ, ਹੁਕਮ। ਇਸ ਕਰਕੇ ਇਹਨਾਂ ਨੂੰ ਵਿਚਾਰਨਾ, ਇਹਨਾਂ ਦੀ ਡਾਇਮੈਂਸ਼ਨਸ ਨੂੰ ਜਾਣ ਲੈਣਾ। ਇੱਥੇ ਸਾਹਿਬ ਕਹਿੰਦੇ ਨੇ ਹੁਕਮ ਦੇ ਅਨੁਸਾਰ ਉਹ ਆ ਰਿਹਾ ਹੈ, ਜਾ ਰਿਹਾ ਹੈ, ਉਹਦੇ ਵਿੱਚ ਸਮਾ ਰਿਹਾ ਹੈ, ਕੁਝ ਲਾਜ਼ ਦੇ ਅਨੁਸਾਰ। ਉਹ ਕਿਹੜੇ ਲਾਜ਼ ਨੇ ਜਿਨ੍ਹਾਂ ਵਿੱਚੋਂ ਸਮਾ ਜਾਂਦਾ ਹੈ? ਫਿਰ ਨਦਰ ਇੱਕ ਲਾਅ ਹੈ ਉਹਦਾ, ਔਰ ਸੱਚ ਨੂੰ ਕਮਾਉਣ ਦਾ ਤਰੀਕਾ ਹੈ, ਸ਼ਬਦ ਦੇ ਵਿੱਚ ਲੀਨ ਹੋਣ ਦਾ ਤਰੀਕਾ ਹੈ। ਸ਼ਬਦ ਦੀਆਂ 4 ਡਾਇਮੈਂਸ਼ਨਸ ਹਨ ਸਾਡੇ ਸਾਹਮਣੇ। ਇੱਕ ਗੁਰਬਾਣੀ ਸ਼ਬਦ ਹੈ, ਉਹਦਾ ਨਾਮ ਲੈਣਾ ਸ਼ਬਦ ਹੈ। ਮਨ ਤਨ ਸੌਂਪੇ ਕੰਤ ਕੋ, ਸ਼ਬਦੇ ਪਰੇ ਧਰੇ ਪਿਆਰ। ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਇਹ ਤੀਸਰਾ ਅਰਥ ਬਣਦਾ ਹੈ ਸ਼ਬਦ ਦਾ। ਔਰ ਚੌਥਾ ਪ੍ਰਭੂ ਔਰ ਕਰਤਾਰ ਨਿਰਾਕਾਰ ਸ਼ਬਦ ਹੈ। ਅਸੀਂ ਪ੍ਰੇਮ ਨਾਲ ਸ਼ਬਦ ਦੇ ਵਿੱਚ ਲੀਨ ਹੁੰਦੇ ਹਾਂ, ਉਹਦੇ ਹੁਕਮ ਵਿੱਚ ਲੀਨ ਹੁੰਦੇ ਹਾਂ। ਉਹ ਡਿਫਾਈਨਡ ਵੀ ਹੋ ਸਕਦਾ ਹੈ, ਅਨਡਿਫਾਈਨਡ ਵੀ ਹੋ ਸਕਦਾ ਹੈ। ਇਹ ਜਿਹੜੀ ਡਾਇਮੈਂਸ਼ਨ ਸਾਨੂੰ ਗੁਰੂ ਸਾਹਿਬ ਸਾਡੇ ਸਾਹਮਣੇ ਖੋਲ੍ਹ ਰਹੇ ਹਨ, ਇਹਨਾਂ ਨੂੰ ਸਮਝ ਲੈਣਾ ਬੜਾ ਜ਼ਰੂਰੀ ਹੈ ਜੀਵਨ ਵਿੱਚ। ਮਹਾਰਾਜ ਸਾਨੂੰ ਬਾਣੀ ਵਿੱਚ ਦੱਸਦੇ ਹਨ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਇੱਕ ਹੁਕਮ ਦੀ ਬਖਸ਼ਿਸ਼ ਵਿੱਚ ਆ ਗਏ ਹਨ, ਇੱਕ ਹੁਕਮ ਦੇ ਵਿੱਚ ਸਦਾ ਹੀ ਘੁੰਮਦੇ ਜਾ ਰਹੇ ਹਨ, ਇਨਸਟੇਬਿਲਿਟੀ ਵਿੱਚ ਹਨ। ਇਹ ਉਹਦਾ ਆਰਡਰ ਹੈ, ਬਿਨਾਂ ਕਾਰਨ ਨਹੀਂ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਤਾਂ ਕਿਹੜੇ ਬਖਸ਼ਿਸ਼ ਵਿੱਚ ਹਨ? ਜਿਹੜੇ ਉਹਦੇ ਨਾਮ ਜਪਦੇ ਹਨ। ਉਹਦੇ ਨਾਮ ਜਪਣ ਨਾਲ ਅਸੀਂ ਉਹਦੀ ਬਖਸ਼ਿਸ਼ ਵਿੱਚ ਆ ਜਾਂਦੇ ਹਾਂ। ਪ੍ਰੇਮ ਨਾਲ ਉਹਦਾ ਨਾਮ ਲੈਣ ਨਾਲ ਅਸੀਂ ਉਹਦੀ ਬਖਸ਼ਿਸ਼ ਲੈਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਆਪਣੀ ਜੀਵਨ ਦੀ ਬਿਯੋਂਡ ਡਾਇਮੈਂਸ਼ਨਸ ਖੋਲ੍ਹਣਾ ਸ਼ੁਰੂ ਕਰ ਦਿੰਦੇ ਹਾਂ, ਜਿਹੜੀ ਕਰਮਾਂ ਤੋਂ ਪਰੇ ਹੈ, ਨਦਰ ਦੀ ਹੈ।
ਦੋ ਰੂਲਸ ਹਨ ਜੀਵਨ ਦੇ, ਇੱਕ ਕਰਮ ਦਾ ਸਾਈਕਲ ਹੈ, ਇੱਕ ਨਦਰ ਦਾ ਸਾਈਕਲ ਹੈ। ਕਰਮ ਦੇ ਸਾਈਕਲ 'ਚ ਗਤੀ ਨਹੀਂ ਹੈ, ਆਵਾਗਮਨ ਹੈ, ਭ੍ਰਮਣ ਹੈ। ਅਸੀਂ ਸਾਹਿਬ ਸਾਨੂੰ ਕਹਿੰਦੇ ਹਨ ਕਿ ਇਹਦੇ ਵਿੱਚ ਹੁਣ ਗਤੀ ਨਹੀਂ ਹੋ ਸਕਦੀ। ਕਰਮਾਂ ਦੇ ਵਿੱਚ ਹਮ ਖਿਨ ਖਿਨ ਭੂਲਣਹਾਰ, ਹਰ ਖਿਣ ਤਾਂ ਮੈਂ ਗਲਤੀਆਂ ਕਰਦਾ ਹਾਂ। ਗਤੀ ਮੇਰੀ ਸਿਰਫ ਨਦਰ ਦੇ ਵਿੱਚ ਹੈ, ਉਹਦੇ ਪ੍ਰੇਮ ਦੇ ਵਿੱਚ ਹੈ। ਬਾਣੀ ਸਾਨੂੰ ਦੱਸਦੀ ਹੈ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਤੱਕਾ ਦੇ ਬਈਏ ਰੇ। ਇਹ ਮੌਤ ਦੀ ਗੱਲ ਚੱਲ ਰਹੀ ਹੈ। ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਉਪਰ ਪਈਏ ਰੇ। ਇਸ ਸ਼ਬਦ ਵਿੱਚ ਇੱਕ ਲਾਈਨ ਆਉਂਦੀ ਹੈ ਜਿਹੜੀ ਇੱਕ ਤਾਂ ਸਾਨੂੰ ਦੱਸਦੀ ਹੈ ਕਿ ਮੌਤ ਸਭ ਕੁਝ ਬਰਾਬਰ ਕਰ ਦਿੰਦੀ ਹੈ। ਰਾਜਾ ਪਰਜਾ ਸਮ ਕਰ ਮਾਰੇ, ਇਹੋ ਕਾਲ ਬਡਾਨੀ ਰੇ। ਪਰ ਭਗਤ ਕਬੀਰ ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਰੇ। ਗੱਲ ਤਾਂ ਇਹਨਾਂ ਦੀ ਕਰੋ, ਇਹਨਾਂ ਦੀ ਡਾਇਮੈਂਸ਼ਨ ਕੁਝ ਹੋਰ ਹੈ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਇਹ ਸਮਾ ਗਏ ਹਨ, ਨਾ ਇਹ ਆ ਰਹੇ ਹਨ, ਨਾ ਜਾ ਰਹੇ ਹਨ, ਨਾ ਇਹ ਮਰਦੇ ਹਨ। ਪਾਰ ਬ੍ਰਹਮ ਨਿਰੰਕਾਰ ਉਹਨਾਂ ਦੇ ਨਾਲ ਹੈ। ਤਾਂ ਕੀ ਰਸਤਾ ਹੈ? ਕਹਿਤ ਕਬੀਰ ਸੁਨੋ ਰੇ ਸੰਤੋ, ਮਿਲ ਹੈ ਸਾਰੰਗ ਪਾਣੀ ਰੇ। ਉਸ ਨੂੰ ਮਿਲਣ ਦਾ ਯਤਨ ਕਰੀਏ। ਸਲਿਊਸ਼ਨ ਕਿੱਥੇ ਰੱਖਿਆ ਲਾਈਫ ਦਾ? ਉਹ ਨਾਮ ਦੇ ਵਿੱਚ ਰੱਖਿਆ ਹੈ। ਨਾਨਕ ਪੇਖੋ ਸਭ ਵਿਸਮਾਦ। ਗੱਲ ਦਰਅਸਲ ਕੀ ਹੈ ਕਿ ਅਸੀਂ ਡਾਇਮੈਂਸ਼ਨਸ ਜੀਵਨ ਦੀ ਜਿਹੜੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਵਿਚਾਰਦੇ ਨਹੀਂ। ਮੈਨੂੰ ਲੱਗਦਾ ਮੈਂ ਵੀ ਨਹੀਂ ਵਿਚਾਰਦਾ ਹਾਂ। ਇਹ ਜਿਹੜੇ ਪ੍ਰਸ਼ਨ ਪੁੱਛੇ ਜਾ ਰਹੇ ਹਨ, ਇਹ ਕਿੱਥੇ ਅਸੀਂ ਪੁੱਛਦੇ ਹਾਂ ਜੀਵਨ ਬਾਰੇ? ਬਾਣੀ ਕਹਿੰਦੀ ਹੈ ਤੇਰੇ ਨਾਏ ਰਤੇ ਸਿੱਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿੱਤ ਕੇ ਉਹੀ ਜਾਂਦਾ ਹੈ ਇੱਥੇ ਜੋ ਤੇਰੇ ਨਾਮ ਦੇ ਵਿੱਚ ਰਤਾ ਹੈ। ਨਾਮ ਦੇ ਵਿੱਚ ਉਹ ਰਤਿਆ ਹੈ ਜਿਹਨੇ ਆਪਣਾ ਆਪ ਛੱਡ ਦਿੱਤਾ। ਤੇਰੇ ਨਾਏ ਰਤੇ ਸਿਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਕਿੰਨਾ ਪਿਆਰਾ ਵਚਨ ਹੈ। ਜਵਾਬ ਸਾਹਿਬ ਦੇ ਰਹੇ ਹਨ। ਆਵੇ ਕੌਣ ਆਉਂਦਾ ਹੈ, ਕੌਣ ਜਾਂਦਾ ਹੈ? ਮਹਾਰਾਜ ਕਹਿੰਦੇ ਨੇ ਸਭ ਹੁਕਮ ਦੀ ਖੇਡ ਹੈ। ਹੁਕਮ ਨੂੰ ਜਾਣ ਲੈਣਾ ਜੀਵਨ ਦਾ ਤੱਤ ਗਿਆਨ ਹੈ। ਔਰ ਹੁਕਮ ਨੂੰ ਜਾਣਨ ਵਾਸਤੇ ਸਾਨੂੰ ਆਪਣਾ ਆਪ ਗਿਰਨਾ ਪਏਗਾ, ਈਗੋ ਤੋਂ ਬਿਯੋਂਡ ਜਾਣਾ ਪਏਗਾ। ਹੁਕਮ ਬੂਝੇ ਸੋਈ ਪ੍ਰਵਾਨ, ਸਾਚ ਸ਼ਬਦ ਜਾ ਕਾ ਨਿਸ਼ਾਨ। ਉਹਦੇ ਲਈ ਸਾਨੂੰ ਸ਼ਬਦ ਦੇ ਨਾਲ ਸਾਂਝ ਪਾਉਣੀ ਪਏਗੀ। ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏਗਾ। ਯਾਨੀ ਥੋਟ ਜਿਹੜੀ ਮੇਰੀ ਸੋਚ ਹੈ, ਉੱਥੇ ਮੇਰੀ ਈਗੋ ਹੈ। ਔਰ ਜਦੋਂ ਮੈਂ ਸੋਚ ਨੂੰ ਛੱਡ ਕੇ ਸ਼ਬਦ ਦੇ ਵਿੱਚ ਮਨ ਨੂੰ ਲਗਾ ਲੈਂਦਾ ਵਾਂ, ਉੱਥੇ ਮੇਰੀ ਸੋਚ ਗਿਰਨੀ ਸ਼ੁਰੂ ਹੋ ਜਾਂਦੀ ਹੈ। ਈਗੋ ਰਹਿਤ ਜੀਵਨ ਸ਼ੁਰੂ ਹੋ ਜਾਂਦਾ ਹੈ। ਸਾਚ ਸ਼ਬਦ ਜਾ ਕਾ ਨਿਸ਼ਾਨ। ਸ਼ਬਦ ਦੇ ਵਿੱਚ ਸੁਰਤ ਨੂੰ ਲਗਾਉਣਾ ਆਪਣੇ ਆਪ ਤੋਂ ਬਿਯੋਂਡ ਜਾਣ ਦਾ ਇੱਕ ਤਰੀਕਾ ਹੈ। ਗੁਰਮੁਖਾਂ ਦੇ ਨਾਲ ਸਾਲ ਕੁਛ ਰਹੇ, ਇਹ ਪ੍ਰਸ਼ਨ ਉਹ ਜ਼ਰੂਰ ਪੁੱਛਦੇ ਹੁੰਦੇ ਸਨ। ਕੁਝ ਸਮਾਂ ਆਉਂਦਾ ਹੈ ਦਿਨ ਵਿੱਚ ਜਦੋਂ ਥੋਟ ਨਹੀਂ ਰਹਿੰਦੀ। ਜਦ ਤੱਕ ਥੋਟ ਹੈ ਤਦ ਤੱਕ ਈਗੋ ਹੈ। ਮੈਨੂੰ ਤਾਂ ਐਕਸਪੀਰੀਅੰਸ ਨਹੀਂ ਹੈ, ਪਰ ਇਹ ਪੁੱਛਦੇ ਸਨ ਉਹ। ਕੁਝ ਆਉਂਦਾ ਹੈ ਸਮਾਂ ਇਹੋ ਜਿਹਾ ਜਦੋਂ ਸੋਚ ਨਹੀਂ ਰਹਿੰਦੀ। ਜਿਸ ਤਰ੍ਹਾਂ ਸਾਹਿਬ ਕਹਿੰਦੇ ਸਨ, ਸੁਨ ਨਿਰੰਤਰ ਦੀਜੇ ਬੰਦ। ਐਸੇ ਬਾਣੀ ਦੇ ਵਿੱਚ ਅਸੀਂ ਵਿਚਾਰੀ, ਸੁਨ ਨਿਰੰਤਰ ਦੀਜੇ ਬੰਦ। ਸੁन्न ਹੋ ਗਿਆ, कोई विचार नहीं रही, अफुर अवस्था। देखो कितने गहन प्रश्न और कितने गहन जवाब ने। एक एक पंक्ति विच कितना कुछ छिपा के रखा है महाराज ने। हुक्म दे विच असी समा जाते हैं, पर इहदे विच दो मूवमेंट्स दिख रही हैं। एक तो आवागमन है और एक विच स्थिरता है। एक दे विच ठहराव है, रहाव है, एक दे विच मूवमेंट है। ਇਹ ਮਨ ਦੀਆਂ ਦੋ ਅਵਸਥਾ ਚੱਲ ਰਹੀਆਂ ਹਨ। ਮਹਾਰਾਜ ਸਮਝਾਉਂਦੇ ਨੇ ਪੂਰੇ ਗੁਰ ਤੇ ਸਾਚ ਕਮਾਵੇ। ਪੂਰਾ ਗੁਰੂ ਨਿਰਾਕਾਰ ਜਾਂ ਫਿਰ ਗੁਰੂ ਗ੍ਰੰਥ ਸਾਹਿਬ, ਸ਼ਬਦ ਗੁਰੂ, ਉਸ ਤੋਂ ਸ਼ਬਦ, ਉਸ ਤੋਂ ਸੱਚ ਕਮਾਇਆ ਜਾਏਗਾ। ਉਸ ਤੋਂ ਗਤਮਿਤ ਸ਼ਬਦੇ ਪਾਈ।
गत और मति ਉਹਦੀ ਗਤੀ, ਉਹਦੀ ਕੈਰੈਕਟਰ, ਨੇਚਰ ਜਾਂ ਉਹਦਾ ਨਾਪ ਇੱਥੋਂ ਪਤਾ ਲੱਗੇਗਾ। ਤਾਂ ਅਸੀਂ ਜਦੋਂ ਸ਼ਬਦ ਦੇ ਵਿੱਚ ਲੀਨ ਹੋਵਾਂਗੇ ਤਾਂ ਜੀਵਨ ਦੀ ਇਹੋ ਜਿਹੀ ਡਾਇਮੈਂਸ਼ਨ ਸਾਨੂੰ ਖੁੱਲ੍ਹਣਗੀਆਂ ਜਿਹਦੇ ਵਿੱਚ ਆਵਾਗਮਨ ਸਮਝ ਆ ਜਾਏਗਾ ਕੀ ਹੈ ਔਰ ਸਥਿਰਤਾ ਕੀ ਹੈ। ਨਾਮ ਦੇ ਵਿੱਚ ਸਥਿਰਤਾ ਹੈ, ਮਹਾਰਾਜ ਕਹਿੰਦੇ ਹਨ। ਨਾਮ ਦੇ ਵਿੱਚ ਠਹਿਰਾਓ ਹੈ, ਰਹਾਓ ਹੈ, ਵਿਸਰਾਮ ਹੈ। ਜਿਸ ਵਿਸਰਾਮ ਨੂੰ ਅਸੀਂ ਲੱਭਦੇ ਹਾਂ ਮੂਵਮੈਂਟ ਦੇ ਵਿੱਚ, ਉਹ ਉੱਥੇ ਨਹੀਂ ਹੈ। ਈਵਨ ਨੀਂਦ ਦੇ ਵਿੱਚ ਵੀ ਜਿਹੜਾ ਵਿਸਰਾਮ ਸਾਨੂੰ ਮਿਲਦਾ ਹੈ ਉਹ ਸਥਿਰਤਾ ਤੋਂ ਹੀ ਮਿਲਦਾ ਹੈ। ਜਦੋਂ ਮਨ ਲੋਪ ਹੋ ਜਾਂਦਾ ਹੈ, ਜਦੋਂ ਮੂਵਮੈਂਟ ਮਨ ਦੀ ਬੰਦ ਹੋ ਜਾਂਦੀ ਹੈ, ਸੌਣ ਵੇਲੇ ਕੁਝ ਇੱਕ ਸਮਾਂ ਆਉਂਦਾ ਹੈ ਜਦੋਂ ਮਨ ਕਿੱਥੇ ਗਿਆ ਪਤਾ ਨਹੀਂ ਲੱਗਦਾ। नो माइंड कहते हैं, मन है ही नहीं। सहज भी एक बड़ा गहन शब्द है। साहिब ने एक जवाब दिता है इत्थे, अगले जवाब अगले बंद विच आउणगे। 23ਵੀਂ पौड़ी विच जदों असीं उतरदे हां तां 21ਵੀਂ पौड़ी दे प्रश्न खुलदे हन। मैं 21ਵੀਂ पौड़ी पहले पढ़ लवां, फिर असीं 23ਵੀਂ पौड़ी विच फिर उतरांगे। 21ਵੀਂ ਜਿਹੜੀ पदा है ਉਹਦੇ ਵਿੱਚ प्रश्न है, आद को कवन विचार कथियले सुन कहाँ करवासो। ਹੁਣ देखो यह प्रश्न कितना गहन है। आद को ਜਦੋਂ ਸਮਾਂ नहीं सी, ਉਹਦਾ ਕੀ ਵਿਚਾਰ है गुरु नानक? कुछ सुनाओ, कुछ गल सुनाओ उस देश दी ਜਿਹਦੀ ਕੋਈ ਗੱਲ ਨਹੀਂ ਹੋ ਸਕਦੀ। ਕੁਛ ਇਹੋ ਜਿਹੀ ਗੱਲ ਸੁਣਾਓ ਜਿਹੜੀ ਸਾਡੇ ਮਨ ਤੋਂ ਪਾਰ ਦੀ ਕਹਾਣੀਆਂ ਨੇ। ਗੁਰੂ ਨਾਨਕ ਤੋਂ ਪੂਰਾ ਲਾਭ ਉੱਠ ਰਿਹਾ ਨੇ ਜੋਗੀ। ਆਦ ਕੋ ਕਉ ਕਮਣ ਵਿਚਾਰ ਕਥੀਲੇ ਸੁਣ ਕਹਾਂ ਕਰਵਾਸੋ। ਸੁਣ ਦਾ ਵਾਸਾ ਕਿੱਥੇ ਹੈ? ਘਰ ਕਿੱਥੇ ਹੈ ਮੇਰਾ? ਇਹ ਤਿੰਨ ਪ੍ਰਸ਼ਨ ਉੱਠਦੇ ਹਨ। ਮੇਰਾ ਘਰ ਕਿੱਥੇ ਹੈ? ਸੁਣ ਕਿੱਥੇ ਹੈ? ਸੁਣਨ ਦੀ ਅਵਸਥਾ ਕਿੱਥੇ ਹੈ? ਔਰ ਆਦ ਦੇ ਬਾਰੇ ਕੀ ਕਹਿਣਾ ਹੈ? ਜਵਾਬ ਸਾਹਿਬ 23ਵੀਂ ਪਦ ਵਿੱਚ ਪਹਿਲੀ ਪੰਕਤੀ ਵਿੱਚ ਦਿੰਦੇ ਹਨ। ਦੇਖੋ इससे विचार करनी बड़ी औखी है। आद को बिस्माद विचार बची कैथी अले सुन निरंतर वास लिया। आद को बिस्माद विचार कथी अले सुन निरंतर वास लिया। बिस्माद विच लै गए हैं सानू। दरअसल असी बिस्माद अवस्था रोज़मर्रा के जीवन विच नहीं जानते हैं। जदों एक आहा मूवमेंट आए कोई जीवन विच, आहा मूवमेंट पहाड़ां विच असी सैर करते हैं, एक मोड़ लिया, सामने एक इहो जिहा व्यू आया, मन शॉक हो गया व्यू तो, एक्सक्लेमेशन विच शॉक हो गया। आहा, मन गिर गया, सोच गिर गई। देखण दा तरीका वो है जदों सोचनी है। दर्शन उसे नूं कहंदे हन। लोयन सुरत करे। आद को बिस्माद विचार कथियले सुन निरंतर वास लिया। बिस्माद विच आद का पता लगता है, विचार दे अंदर दी गल नहीं है। महाराज ने आनंद भी कहा है बिस्माद निराकार बिस्माद है। बाणी दे विच जदों असी आसा दी वार पढ़ते हैं तो आसा दी वार विच सानू इस बिस्माद की कुछ गल खुलती है, और जदों असी उसदी विचार करते हैं तो फिर सानू यह पता लगता है कि इत्थे सब कुछ ही बिस्माद है। किवें पता लगता है? इस बिस्माद की गल करते हुए असी की समझिया है? बिस्माद नूं समझना बहुत गहन तरीके नाल बिस्माद की विचार खोलनी पेगी। आसा दी वार विच साहिब कहते हैं, विस्माद नाद विस्माद वेद विस्माद जी विस्माद पेद विस्माद रूप विस्माद रंग विस्माद नांगे फिरे जंत विस्माद पौण विस्माद पानी विस्माद अग्नि खेडे बिडाणी विस्माद धरती विस्माद खाणी विस्माद सदा लगे प्राणी विस्माद संयोग
विस्माद वियोग, विस्माद भूख, विस्माद भोग, विस्माद सिफत, विस्माद सलाह, विस्माद उजड़, विस्माद राह, विस्माद नेड़े, विस्माद दूर, विस्माद देखे हाजरा हजूर, वेख विडान रहा विस्माद, नानक पूजन बूझन पूरे भाग। जिसने विस्माद बुझ लिया ਉਹਦੇ ਭਾਗ ਪੂਰੇ ਹਨ। ਵੇਖ ਵਿਡਾਨ ਰਿਹਾ ਵਿਸਮਾਦ। ਵਿਸਮਾਦ ਨੂੰ ਦੇਖਣ ਦਾ ਤਰੀਕਾ ਸਾਨੂੰ ਨਹੀਂ ਆਉਂਦਾ। ਜਦੋਂ ਅਸੀਂ ਦੇਖਦੇ ਹਾਂ, ਠੀਕ ਤਰ੍ਹਾਂ ਦੇਖਦੇ ਹਾਂ, ਤਾਂ ਸਭ ਕੁਝ ਵਿਸਮਾਦ ਦਿਖੇਗਾ। ਵੇਖ ਵਿਡਾਨ ਰਿਹਾ ਵਿਸਮਾਦ। ਔਰ ਅਸੀਂ ਕਦੋਂ ਦੇਖਾਂਗੇ? ਜਦੋਂ ਥਾਟ ਤੋਂ ਰਹਿਤ ਹੋਵਾਂਗੇ, ਜਦੋਂ ਸੋਚ ਗਿਰ ਜਾਏਗੀ, ਈਗੋ ਨਹੀਂ ਰਹੇਗੀ, ਫਿਰ ਵਿਸਮਾਦ ਆਏਗਾ। ਮਹਾਰਾਜ ਨੇ ਇਸ ਵਿਸਮਾਦ ਦੀ ਗੱਲ ਖੋਲ੍ਹੀ ਹੈ। ਨਾਨਕ ਪੇਖਿਓ ਸਭ ਵਿਸਮਾਦ। ਕੀ ਡਾਊਟ ਰਹਿ ਗਿਆ? ਪਰਮ ਪੈ ਛੁੱਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਵਿਸਮਾਦ। ਜਦੋਂ ਅਸੀਂ ਗੁਰੂ ਪ੍ਰਸਾਦ ਪਾ ਲਵਾਂਗੇ, ਨਦਰ ਪਾ ਲਵਾਂਗੇ, ਕਦੇ ਪਾ ਲਵਾਂਗੇ ਸ਼ਾਇਦ। ਅਰਦਾਸ ਅਗਰ ਨਿਰੰਤਰ ਰੱਖਾਂਗੇ। ਸਭ ਥਾਨ ਦੇਖੇ ਨੈਣ ਅਲੋਏ, ਬਿਨ ਤਿਸ ਬਿਨ ਦੂਜਾ ਅਵਰ ਨਾ ਕੋਏ, ਭਰਮ ਪੈ ਛੂਟੇ ਗੁਰ ਪ੍ਰਸਾਦ। ਭਰਮ ਮੁੱਕ ਜਾਏਗਾ ਫਿਰ ਜੀਵਨ ਦਾ ਗੁਰੂ ਦੇ ਪ੍ਰਸਾਦ ਨਾਲ। ਨਾਨਕ ਪੇਖਿਓ ਸਭ ਵਿਸਮਾਦ। ਇਹ ਸਾਰੀ ਕ੍ਰੀਏਸ਼ਨ ਸੈਲੀਬ੍ਰੇਸ਼ਨ ਹੈ, ਵਿਸਮਾਦ ਹੈ। ਸਾਨੂੰ ਤਾਂ ਇਹਦੇ 'ਚ ਸਿਰਫ ਦੁੱਖ ਔਰ ਉਲਝਣ ਹੀ ਲੱਭ ਰਹੀ ਹੈ। ਮਹਾਰਾਜ ਕਹਿ ਰਹੇ ਨੇ ਇਹ ਸਭ ਕੁਝ ਵਿਸਮਾਦ ਹੈ। ਸਭ ਕੁਝ ਇੱਕ ਆਹ ਮੂਮੈਂਟ ਹੈ। ਮੈਨੂੰ ਕਿਉਂ ਨਹੀਂ ਦਿਖਦਾ? ਕਿਉਂਕਿ ਇਹ ਗੁਰਪ੍ਰਸਾਦ ਨਹੀਂ ਮਿਲਿਆ, ਹਾਲੇ ਭਰਮ ਨਹੀਂ ਮਿਟਿਆ ਮੇਰਾ। ਜਿਸ ਦਿਨ ਮੇਰੇ ਮਨ ਦਾ ਭਰਮ ਮਿਟ ਜਾਏਗਾ, ਗੁਰਪ੍ਰਸਾਦ ਮਿਲੇਗਾ, ਉਸ ਦਿਨ ਵਿਸਮਾਦ ਦੇ ਦਰਸ਼ਨ ਹੋਣਗੇ। ਉਸ ਦਿਨ ਕਨਫਿਊਜ਼ਨ, ਡਰ, ਵੈਰ, ਪੇਨ, ਇਹ ਸਭ ਵਿਸਮਾਦ ਦੇ ਵਿੱਚ ਬਦਲ ਜਾਏਗਾ। ਕਿਉਂਕਿ ਸੋਰਸ ਜਿਹੜਾ ਹੈ ਉਹ ਵਿਸਮਾਦਿਤ ਰੂਪ ਵਿੱਚ ਹੈ। ਇਹ ਨਿਰੰਕਾਰ ਦੀ ਗੱਲ ਚੱਲ ਰਹੀ ਹੈ। ਸਭ ਕੁਝ ਵਿਸਮਾਦ ਹੈ। ਔਰ ਉਸ ਨੂੰ ਦੇਖਣ ਦਾ ਤਰੀਕਾ ਕੀ ਹੈ? ਜਦੋਂ ਮਨ ਗਿਰ ਗਿਆ, ਸੋਚ ਤੋਂ ਪਰੇ, ਥਾਟਲੈਸਨੈਸ ਆਰੰਭ ਹੈ ਉਹਦਾ ਰਸਤਾ ਕੀ ਹੈ? ਬਾਣੀ। ਤੇਰੇ ਨਾਏ ਰਤੇ ਸਿਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਉਹੀ ਜੋਗੀ ਵੀ ਹੈ ਫਿਰ। ਕਿਉਂਕਿ ਯੋਗ ਦਾ ਅਰਥ ਅਸਲ ਵਿੱਚ ਜੁੜਨਾ ਬਣਦਾ ਹੈ। ਜੁੜਦਾ ਉਹੀ ਹੈ ਜਿਹਦਾ ਮਨ ਗਿਰ ਗਿਆ, ਜਿਹਦਾ ਆਪਣੇ ਵਿਚਾਰ ਗਿਰ ਗਏ, ਜਿਹਨੇ ਸ਼ਬਦ ਦਾ ਆਸਰਾ ਲੈ ਕੇ ਮਨ ਨੂੰ ਸਾਧ ਲਿਆ। ਸ਼ਬਦ ਦੇ ਰਸਤੇ। ਗੁਰੂ ਨਾਨਕ ਸਾਹਿਬ ਸ਼ਬਦ ਨੂੰ ਜੀਵਨ ਦਾ ਆਧਾਰ, ਸੋਲਿਊਸ਼ਨ ਗਿਣਦੇ ਹਨ। ਉਸ ਡਾਇਮੈਂਸ਼ਨ ਵਿੱਚ ਚਲੇ ਜਾਣਾ। ਮੈਂ ਆਪਣਾ ਸ਼ਬਦ ਦੇ 4 ਡਾਇਮੈਂਸ਼ਨ ਵਿਚਾਰ ਚੁੱਕਿਆ ਹਾਂ। ਆਦ ਕੋ ਵਿਸਮਾਦ ਵਿਚਾਰ ਕਥੀਲੇ। ਉਸ ਆਦ ਨੂੰ ਜਾਣਨਾ ਹੈ, ਵਿਸਮਾਦ ਵਿੱਚ ਜੀਣਾ ਸਿੱਖ ਲਈਏ। ਹੁਕਮ ਦੇ ਪਰੇ ਈਗੋ ਰੈਸ ਲਾਈਫ ਨੂੰ ਜਾਣਨਾ ਸ਼ੁਰੂ ਕਰ ਦਈਏ। ਨਾਮ ਦੇ ਵਿੱਚ ਜੀਣਾ ਸ਼ੁਰੂ ਕਰ ਦਈਏ। ਫਿਰ ਕੀ ਹੋਏਗਾ? ਸੁੰਨ ਨਿਰੰਤਰ ਵਾਸ ਲਿਆ। ਉੱਥੇ ਫਿਰ ਸੁੰਨ ਅਵਸਥਾ, ਜਿਹੜੀ ਅਫੁਰ ਅਵਸਥਾ, ਉਹਦੇ ਵਿੱਚ ਨਿਰੰਤਰ ਵਸੇਗਾ ਮਨ। ਇੱਕ ਵਾਰ ਦਰਵਾਜ਼ਾ ਖੁੱਲ੍ਹ ਜਾਏ, ਮਹਾਰਾਜ ਸਮਝਾਉਂਦੇ ਹਨ, ਫਿਰ ਨਿਰੰਤਰ ਵਸੇਗਾ ਉੱਥੇ। ਇਹ ਪਹਿਲਾ ਪ੍ਰਸ਼ਨ ਸੀ। ਪ੍ਰਸ਼ਨ ਕੀ ਸੀ? ਫਿਰ ਦੇਖੀਏ ਇੱਕ ਵਾਰ। ਕਿਉਂਕਿ ਇਹ ਬਾਣੀ ਇਸ ਤਰ੍ਹਾਂ ਦੇ ਡੂੰਘੇ ਪ੍ਰਸ਼ਨਾਂ ਦੀ ਔਰ ਜਵਾਬ ਦੀ ਇੰਨੀ ਡੂੰਘਾਈ ਵਿੱਚ ਜਾ ਰਹੀ ਹੈ, ਇਹਨੂੰ ਬਾਰ-ਬਾਰ ਵਿਚਾਰਨਾ ਜ਼ਰੂਰੀ ਹੈ। ਆਦ ਕੋ ਕਮਨ ਵਿਚਾਰ ਕਥੀਲੇ, ਸੁਨ ਕਹਾਂ ਕਰ ਵਾਸੋ। ਆਦ ਬਾਰੇ ਕੀ ਵਿਚਾਰ ਦਿੰਦੇ ਹੋ ਸਾਹਿਬ ਜੀ? ਸੁਨ ਦਾ ਵਾਸਾ ਕਿੱਥੇ ਹੈ? ਮੇਰਾ ਘਰ ਕਿੱਥੇ ਹੈ? ਮਹਾਰਾਜ ਜਵਾਬ ਦਿੰਦੇ ਹਨ, ਆਦ ਕੋ ਵਿਸਮਾਦ ਵਿਚਾਰ ਕਥੀਲੇ। ਇਹ ਵਿਚਾਰ ਤੋਂ ਪਰੇ ਦੀ ਕਹਾਣੀ ਹੈ। ਵਿਸਮਾਦ ਦੇ ਵਿੱਚ ਚਲੇ ਜਾਓ, ਆਦ ਦਾ ਗਿਆਨ ਹੋ ਜਾਏਗਾ। ਸੁੰਨ ਨਿਰੰਤਰ ਵਾਸ ਲਿਆ। ਮੇਰਾ ਘਰ ਉੱਥੇ ਹੀ ਹੈ ਜਿੱਥੇ ਸੁੰਨ ਹੈ,
ਜਿੱਥੇ ਸੁੰਨ ਅਵਸਥਾ ਹੈ, ਉਹ ਮੇਰੇ ਮਨ ਦਾ ਸੋਰਸ ਹੈ। ਜਿਵੇਂ ਪੁਰਾਤਨ ਸਮੇਂ ਵਿੱਚ ਇਹ ਗੰਗਾ ਦਾ ਸੋਰਸ ਲੱਭਦੇ ਗਊਮੁਖ ਵੱਲ ਜਾ ਰਹੇ ਹਨ। ਦਰਅਸਲ ਸੋਰਸ ਤੇ ਅੰਤਰ ਮਨ ਦਾ ਲੱਭਣਾ ਹੈ। ਗਊਮੁਖ ਦਾ ਸੋਰਸ ਲੱਭ ਕੇ ਕੀ ਕਰਾਂਗੇ? ਪਰ ਸੋਰਸ ਲੱਭਦੇ। ਮੇਰਾ ਸੋਰਸ ਕੀ ਹੈ? ਮੈਂ ਕਿੱਥੋਂ ਆਇਆ, ਕਿੱਥੇ ਮੈਨੂੰ ਜਾਣਾ ਹੈ? ਮੇਰਾ ਸੋਰਸ ਕੀ ਹੈ? फिर अगला प्रश्न देखिए की है महाराज। ज्ञान की मुद्रा कवन कथियले। ज्ञान की की निशानी है? मुद्रा का अर्थ है निशानी। ਜਿਹੜੇ योगी मुद्रा पाते हैं वो एक निशानी है, दसन ਲਈ ਅਸੀਂ ਕਿਹੜੇ योग ਮਤਦੇ ਹਾਂ। ਤਾਂ ज्ञान की मुद्रा कवन कथियले, की मुद्रा है, की ਉਹਦੀ निशानी है कि ज्ञान हो गया। घट घट कवन निवासो, वो ਜਿਹੜਾ निराकार है वो कौन है जो घट घट विच वसदा है? ਇਹਦਾ जवाब साहिब देंदे हन, अकलपत मुद्रा। अकलपत का की अर्थ है? अकल्पत मुद्रा, कल्पना तो रहित, बियॉन्ड इमेजिनेशन, बियॉन्ड थॉट। मैनू कोई डाउट नहीं है इन्हां वर्ड्स का मीनिंग किस अवस्था वल जा रहा है। अकल्पत मुद्रा, जिथे थॉट नहीं है। मैटर नहीं करता मैं 6 साल का हाँ, 80 साल का हाँ, 95 साल का हाँ, मेरे मन की अवस्था की है। शरीर नाल दा रिलेशन नहीं है, मन की अवस्था नाल रिलेशन है, जो ख्याल विच ना आ सके। अकल्पत मुद्रा, बियॉन्ड इमेजिनेशन, बियॉन्ड थॉट। इमेजिनेशन थॉट का हद है। मैं वो कुछ इमेजिन कर सकता थॉट विच जिहड़ा मैं कदे देखिया ही ना होए, पर यह सब कुछ उस तो बियॉन्ड है। थॉट तो बियॉन्ड दी डायमेंशन की गल साहिब खोल रहे हैं। अकल्पत मुद्रा, किहो जे जवाब हैं, किहो जे साहिब भेद खोलते हैं साडे जीवन दे। अकल्पत मुद्रा तो अगे की साहिब समझाते हैं फिर। अकल्पत मुद्रा गुरु ज्ञान विचारिए ले। गुरु ने ज्ञान देना है। मेरे कोल यह ज्ञान अपने अंतर विच नहीं है, जिवें आसा दी वार विच साहिब कहते हैं, जैसो चंदा उगवे सूरज चढ़े हजार, इते चानन होंदियां गुरबिन घोर अंधार। दरअसल गुरु तो पता लगेगा जीवन का स्ट्रक्चर की है, मन का स्ट्रक्चर की है। जिन्हों नॉलेज है उस तो गुरु का एक अर्थ शब्द बनता है। गुरु ग्रंथ साहब निराकार शब्द तो मैनू ज्ञान हो सकता है, शब्द विच सुरत लीन करके ज्ञान हो सकता है, और इस अवस्था बारे ज्ञान हो सकता है जिहड़ी अकल्पत मुद्रा है। ਇਹਦੇ ਵਿੱਚ मैं जा सकता हाँ। तो थॉट नूं घेर के शब्द का अभ्यास शुरू कर दे। थॉट ना रहे, शब्द रहे, फिर शब्द तो भी पार चला जाए। मैनूं लगदा इस पासे नूं इशारा है। घट घट साचा सर्व जियां, सर्व जियां सारे जियां दा अंतर विच इको ही सोर्स ऑफ एनर्जी है, वो सच्चा है, सतनाम। चाहे वो कुत्ता है, बिल्ली है, सूअर है, सप है, इंसान है, सिर्फ डायमेंशनस का फर्क है। इंसान विच वो रिवील हो सकता है। सब में जोत जोत है सोए, तिसते चानन सब में चानन होए, गुरसाखी जोत प्रगट होए। इंसान विच वो जोत प्रगट हो सकती है, पर जोत इको ही है। वही जोत जानवरां विच भी है, जियां विच भी, सर्व जियां विच। महाराज कहते जितनी क्रिएशन विच बीइंग्स ने वो सब विच वही सोर्स ऑफ एनर्जी है, कॉमननेस है, एक ओंकार है, दो नहीं है। यह साडा भुलेखा है। असी अपने आप नूं ही सत जानते हैं, उसनूं सत नहीं जानते। जिस दिन मैं जान लवांगा वो सत है, मैनूं समझ आ जाएगा कि मेरी ईगो और मैं एक ट्रांजिएंट चीज़ है, यह परमानेंट नहीं है। इसदा रास्ता नाम है अकल्पत मुद्रा। बिना कल्पना वाली स्थान पे चले जाइए, वो मुद्रा है। वो किस चीज़ की मुद्रा है? प्रश्न की सी ज्ञान की मुद्रा। ज्ञान का की निशानी है? अकल्पत मुद्रा। बिना कल्पना दे उस देश विच वासा हो जाए, समझ लो ज्ञान हो गया।
क्या बात है महाराज, ਇਹਨੂੰ ਸਮਝਣਾ ਹੀ ਬ੍ਰਹਮ ਗਿਆਨ ਅਵਸਥਾ ਬਾਰੇ ਵਿਚਾਰ ਕਰਦੇ, ਜਿਸ ਨੂੰ ਗੋਡ ਰਿਅਲਾਈਜੇਸ਼ਨ ਦੁਨੀਆ ਕਹਿੰਦੀ ਹੈ, ਸੈਲਫ ਐਕਚੁਅਲਾਈਜੇਸ਼ਨ ਅੱਜ ਵੈਸਟ ਕਹਿੰਦੀ ਹੈ। ਮਹਾਰਾਜ ਉਹਦੀ ਗੱਲ ਸੁਣਾ ਰਹੇ ਨੇ ਸਾਨੂੰ। ਜਿਸ ਦਿਨ ਇਸ ਸਥਾਨ 'ਤੇ ਚਲੇ ਜਾਵਾਂਗੇ ਜਦੋਂ ਆਵਾਗਮਨ ਮੁੱਟ ਜਾਏਗਾ, ਅਕਲਪਤ ਮੁਦਰਾ, ਬਿਯੋਂਡ ਡਾਇਮੈਂਸ਼ਨ ਆਫ ਮਾਈਂਡ ਵੇਅਰ ਦੇਰ ਇਜ਼ ਨੋ ਥਾਟ, नो इमेजिनेशन, बियॉन्ड दैट। और कित्थों मिलेगा? गुर ज्ञान विचारिए ले, गुरु दे ज्ञान नाल, गुरु दे शब्द नाल। महाराज बार बार सानू साडा लड़ शब्द नाल जोड़ते हैं। हर घड़ी शब्द की गल चल रही है। कितना सीरियस फाउंडेशन है जीवन, सिख दे जीवन की शब्द इन्हां पदियां तो दी विचार तो प्रगट होंदा है। ਇੱਥੇ ਸ਼ਬਦ ਦੀ ਵਿਚਾਰ ਦੀ ਲੋੜ ਹੈ। ਜਿੱਥੇ ਮੁਕਤ ਨਾ ਹੋਵੀ, ਜਿੱਚਰ ਸ਼ਬਦ ਨਾ ਕਰੀ ਵਿਚਾਰ। ਅਸੀਂ ਸਿੱਖ ਹਾਂ, ਕਹਾਂਦੇ ਹਾਂ ਕਿ ਅਸਲ ਵਿੱਚ ਹਾਂ, ਇਹ ਡਿਫਾਈਨ ਵੀ ਹੋ ਰਿਹਾ ਹੈ। ਇਹਨਾਂ ਪ੍ਰਸ਼ਨਾਂ ਨੂੰ ਅਸੀਂ ਆਪਣਾ ਬਣਾ ਲਈਏ ਤਾਂ ਸਿੱਖੀ ਜੀਵਨ ਗਹਿਨ ਹੋ ਜਾਏਗਾ, ਸੀਰੀਅਸਨੈਸ ਵਿੱਚ ਆ ਜਾਏਗਾ, ਕਹਿਣ ਸੁਣਨ ਦੀ ਗੱਲ ਨਹੀਂ ਰਹੇਗੀ। ਗੱਲਾਂ ਵਿੱਚ ਜੋਗੀ ਨਹੀਂ ਕਹਾਵਾਂਗੇ। ਗੁਰੂ ਸਾਹਿਬ ਹੁਣ ਸਮਾਨ ਦੀ ਗੱਲ ਕਰ ਰਹੇ ਹਨ। ਕੌਣ ਸਮਾ ਜਾਂਦਾ ਹੈ? ਕਿਉਂਕਿ ਇਹ ਪ੍ਰਸ਼ਨ ਉੱਠਿਆ ਕਿ ਸਮਾਂਦਾ ਕੌਣ ਹੈ। ਇਹ ਪ੍ਰਸ਼ਨ ਪਿਛਲੀ ਪੰਕਤੀ ਵਿੱਚ ਉੱਠਿਆ ਸੀ। ਕਹਾਂ ਤੇ ਆਵੇ, ਕਹਾਂ ਇਹ ਜਾਵੇ, ਕਹਾਂ ਇਹ ਰਹੇ ਸਮਾਈ। ਮਹਾਰਾਜ ਹੁਣ ਸਮਾਨ ਦੀ ਗੱਲ ਕਹਿ ਰਹੇ ਹਨ। गुरबचनी अवगत समाइए, तत् निरंजन सहज ले। गुरु दे बचन नाल, गुरु दी प्रसाद नाल, गुरु दे किरपा नाल एक कसूर दे जेड़े पीर होया उहदी बड़ी कहानी बनती है। वो जेड़ा नच के यार बनांदा अपने, बुल्ले शाह, ਉਹ ਕਹਿੰਦਾ ਮੈਂ ਤੇ ਐਵੇਂ ਯਾਰ ਬਣਾ ਲਿਆ, ਬਸ ਮੇਰੀ ਤਾਂ ਗੱਲ ਉੱਥੇ ਬਣ ਗਈ। ਕਹਾਣੀ ਉਹਦੀ ਇਹ ਸੀ ਕਿ ਉਹਦਾ ਗੁਰੂ ਨਾਰਾਜ਼ ਹੋ ਗਿਆ ਉਹਦੇ ਨਾਲ, ਤਾਂ ਉਹ ਤਾਂ ਕੰਜਰੀ ਦੇ ਕੋਠੇ ਜਾ ਵੜਿਆ ਕਿ ਮੈਨੂੰ ਤੂੰ ਨੱਚਣਾ ਸਿਖਾ ਦੇ, ਮੈਂ ਆਪਣੇ ਗੁਰੂ ਨੂੰ ਮਨਾਉਣਾ ਹੈ, ਨੱਚ ਕੇ ਯਾਰ ਬਣਾਈਏ। ਮੇਰੇ ਜੀਵਨ ਦਾ ਜੋ ਸੋਲਿਊਸ਼ਨ ਹੈ, ਜਿਸ ਕੋਲ ਜੋ ਮੇਰਾ ਗੁਰੂ ਹੈ, ਉਹ ਰੁੱਠ ਗਿਆ ਮੇਰੇ ਤੋਂ, ਕੰਜਰੀ ਬਣਿਆ, ਮੇਰੀ ਇੱਜ਼ਤ ਨਾ ਘਟਦੀ। ਤਾਂ ਉਹ ਨੱਚ ਕੇ ਗਿਆ ਫਿਰ ਆਪਣੇ ਗੁਰੂ ਨੂੰ ਮਨਾਉਣ ਲਈ। ਗੁਰੂ ਨੂੰ ਮਨਾ ਲਿਆ। ਗੁਰੂ ਦੇ ਬਚਨ ਨਾਲ ਸਾਰੇ ਭੇਦ ਖੁੱਲ੍ਹ ਗਏ। ਆਪਣੇ ਮਨ ਨੂੰ ਅਰਪਣ ਕਰ ਦਿੱਤਾ ਗੁਰੂ ਅੱਗੇ। ਗੁਰਬਚਨੀ ਅਵਗਤ ਸਮਾਈਏ। ਅਵਗਤ, ਅਵਗਤ ਕੀ ਹੈ? ਜਿਹੜਾ ਜਿਸ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ, ਉਸ ਡਾਇਮੈਂਸ਼ਨ ਵਿੱਚ ਸਮਾ ਗਏ ਜਿਹੜੀ ਬਿਯੋਂਡ ਥਾਟ ਹੈ। ਦੇਖੋ, ਕ੍ਰੀਏਸ਼ਨ ਦੀ ਜਿਹੜੀ ਬੇਸਿਕ ਫਾਊਂਡੇਸ਼ਨ ਹੈ ਉਹ ਕਿਸ ਨੇਚਰ ਦੀ ਹੈ, ਉਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਅਸੀਂ ਆਪਣੇ ਹੰਕਾਰ ਦੇ ਅੰਦਰ ਰਵਾਂਗੇ ਤਾਂ ਉਸ ਤੋਂ ਵਿਛੜੇ ਰਵਾਂਗੇ। ਜਦੋਂ ਅਸੀਂ ਹੰਕਾਰ ਤੋਂ ਪਾਰ ਚਲੇ ਜਾਵਾਂਗੇ ਉਹਦੇ ਵਿੱਚ ਸਮਾ ਜਾਵਾਂਗੇ, ਕਿਉਂਕਿ ਉਹੀ ਹੈ ਮੇਰੇ ਔਰ ਉਹਦੇ ਵਿੱਚ ਇਹ ਕੂੜ ਦੀ ਪਾਲ ਹੈ ਜਿਸ ਨੂੰ ਹੰਕਾਰ ਮਹਾਰਾਜ ਕਹਿੰਦੇ ਹਨ। ਅਬਿਨਾਸ਼ੀ ਜਿਹੜਾ ਹੈ ਉਹ ਅਵਗਤ ਹੈ। ਗੁਰਬਚਨੀ ਅਵਗਤ ਸਮਾਈਏ, ਤਤ ਨਿਰੰਜਨ ਸਹਿਜ ਲਹੇ। ਮਹਾਰਾਜ ਨੂੰ ਪੁੱਛਦੇ ਸਨ ਕਿ ਤਤ ਕੀ ਹੈ। ਹੁਣ ਇੱਥੇ ਇੱਕ ਹੋਰ ਸ਼ਬਦ ਆ ਗਿਆ, ਸਹਿਜ। ਇਹ ਕਿਸ ਤਰ੍ਹਾਂ ਦਾ ਸ਼ਬਦ ਹੈ? ਕਈ ਵਾਰ ਸੋਚਦੇ ਰਹਿੰਦੇ ਹਾਂ ਕਿ ਇਹ ਸ਼ਬਦ ਕਿਸ ਤਰ੍ਹਾਂ ਸਮਝਾ ਸਕਦਾ ਮੈਂ। ਇਹ ਵਿਚਾਰ ਉੱਠਦੀ ਹੈ, ਮੇਰੇ ਕੋਲ ਇੱਕ ਐਨਰਜੀ ਹੈ, ਉਸ ਨੂੰ ਮੈਂ ਆਪਣਾ ਬਣਾ ਲਿਆ, ਇਹ ਮੇਰੀ ਐਨਰਜੀ ਹੈ, ਤਾਂ ਉਹ ਮੇਰੀ ਡਿਫਾਈਨ ਹੋ ਗਈ। ਹੁਣ ਬਸ ਉਸ ਐਨਰਜੀ ਤੋਂ ਮੈਂ ਵੱਖਰਾ ਹੋ ਕੇ ਰਹਿ ਗਿਆ ਕਿ ਮੈਂ ਨਹੀਂ ਹਾਂ, ਤਾਂ ਉਹ ਐਨਰਜੀ ਆਪਣੇ ਆਪ ਵਿੱਚ ਹੈ। ਉਹ ਹੁਣ ਸਹਿਜ ਅਵਸਥਾ ਹੈ। ਜਦੋਂ ਮੈਂ ਵੱਖਰਾ ਹੋ ਗਿਆ ਉਸ ਸ਼ਕਤੀ ਤੋਂ ਔਰ ਸ਼ਕਤੀ ਆਪਣੇ ਆਪ ਵਿੱਚ ਸਥਾਪਿਤ ਹੈ, ਤਾਂ ਫਿਰ ਉਹ ਆਪਣੇ ਘਰ ਆਪ ਜਾਏਗੀ। ਇਸ ਤਰ੍ਹਾਂ ਨਿਰੰਕਾਰ ਨੇ ਸਾਡੇ ਸਾਰਿਆਂ ਦੇ ਵਿੱਚ ਇੱਕ ਜੋਤ ਦਿੱਤੀ ਹੈ, ਇਹ ਸ਼ਕਤੀ ਦਿੱਤੀ ਹੈ। ਅਸੀਂ ਉਹਦੇ ਅੱਗੇ ਈਗੋ ਦਾ ਘੋੜਾ ਲਗਾ ਲਿਆ, ਉਹ ਸਾਡੀ ਬਣ ਗਈ। ਉਹਦੇ ਨਾਲ ਅਸੀਂ ਜੋ ਮਰਜ਼ੀ ਕਰਦੇ ਹਾਂ, ਕਰਮਾਂ ਦੇ ਵਿੱਚ
जींदे हैं आपे बीज आपे ही खाओ, नानक हुक्मी आवो जा। आवागमन ਵਿੱਚ ਭ੍ਰਮਣ ਕਰਨ ਲਈ, ਇਨਸਟੇਬਿਲਿਟੀ ਵਿੱਚ ਜਾਣ ਲਈ ਈਗੋ ਦਾ ਘੋੜਾ ਸਾਹਮਣੇ ਲੱਗ ਗਿਆ એનર્ਜੀ ਦੇ। ਹੁਣ ਉਹ ਮੂਵਮੈਂਟ ਵਿੱਚ ਆ ਗਿਆ, ਹੁਣ ਉਹ ਥਿਰਤਾ ਤੋਂ ਦੂਰ ਲੈ ਗਿਆ ਮੈਨੂੰ। ਦੁਨੀਆ ਦੇ ਵਿੱਚ ਕਮਾਉਣ ਵਾਸਤੇ, ਕੁਝ ਕਰਨ ਵਾਸਤੇ ਐਫਰਟ ਚਾਹੀਦਾ ਹੈ, ਬਿਨਾਂ ਐਫਰਟ ਤੇ ਨਹੀਂ ਹੋਏਗਾ। ਉਹਦੇ ਵਾਸਤੇ ਐਸੀ એનર્ਜੀ ਨੂੰ ਵਰਤਦੇ ਹਾਂ ਅਸੀਂ। ਕੋਈ ਆਰਟਿਸਟ ਕੋਈ ਕਰਦਾ ਹੈ, ਕੋਈ ਲਿਖਦਾ ਹੈ, ਕੋਈ ਕੰਮ ਕਰਦਾ ਹੈ, એનર્ਜੀ ਕਿਹੜੀ ਹੈ? ਉਹੀ એનર્ਜੀ ਹੈ। ਉਸ ਦੇ ਅੱਗੇ ਈਗੋ ਲੱਗ ਗਈ। ਇਹ ਹੁਣ ਲਾਇਰ ਹੈ, ਉਹ એનર્ਜੀ ਦੇ ਪਿੱਛੇ ਉਹੀ ਖੜੀ ਹੈ। ਇਹ ਹੁਣ ਡਾਕਟਰ ਹੈ, એનર્ਜੀ ਤਾਂ ਉਹੀ ਹੈ। ਇਹ ਡਾਕਟਰ ਔਰ ਲਾਇਰ, ਇਹ ਈਗੋਜ਼ ਖੜੀਆਂ ਹੋ ਗਈਆਂ। ਇਹਨੂੰ ਪਰਸੋਨਾ ਕਿਹਾ ਗ੍ਰੀਕ ਮੈਥੋਲੋਜੀ ਵਿੱਚ। ਫੇਸ, ਪਰਸਨੈਲਿਟੀ ਬਣ ਗਿਆ ਸ਼ਬਦ ਉੱਥੋਂ। ਪਰਸੋਨਾ ਮਤਲਬ ਫੇਸ, ਮੁਖੜਾ, ਜਿਹੜਾ ਝੂਠਾ ਮੁਖੜਾ ਹੈ। ਗ੍ਰੀਕ ਪਲੇਜ਼ ਵਿੱਚ ਉਹ ਇੱਕ ਫੇਸ ਸਾਹਮਣੇ ਪਕੜ ਕੇ ਰੱਖਦੇ ਸਨ। ਆ ਤੁਸੀਂ ਦੇਖਿਆ ਕਿ ਨਹੀਂ ਕਦੇ? ਆਪਣੇ ਮੂੰਹ ਦੇ ਅੱਗੇ ਇੱਕ ਮਾਸਕ ਜਿਹਾ ਡੰਡੀ ਨਾਲ ਪਕੜਦੇ ਰਹਿੰਦੇ, ਉਸ ਨੂੰ ਪਰਸੋਨਾ ਕਿਹਾ ਹੈ। ਕੋਈ ਆਦਮੀ ਖੋਤਾ ਬਣ ਗਿਆ, ਕੋਈ ਆਦਮੀ ਘੋੜਾ ਬਣ ਗਿਆ, ਕੋਈ ਆਦਮੀ ਸੱਪ ਬਣ ਗਿਆ, ਉਹ ਪਰਸਨੈਲਿਟੀ ਬਣ ਗਈ ਹੁਣ। ਪਰ ਪਿੱਛੇ ਕੌਣ ਹੈ? એનર્ਜੀ ਉਹੀ ਹੈ। ਤਾਂ ਮੈਂ ਅਗਰ ਉਸ એનર્ਜੀ ਨਾਲ ਜੁੜ ਕੇ ਜੀਵਨ ਵਿੱਚ ਉਤਰਦਾ ਵਾਂ ਤਾਂ ਉਹ ਮੇਰੀ ਈਗੋ ਬੇਸਡ એનર્ਜੀ ਬਣ ਗਈ, ਮੈਨੂੰ ਕਰਮਾਂ ਦੇ ਵਿੱਚ ਉਤਾਰੇਗੀ। ਪਰ ਅਗਰ ਘੋੜਾ ਹਟਾ ਦਈਏ ਔਰ ਉਸ ਸ਼ਕਤੀ ਨੂੰ ਆਪਣੇ ਆਪ ਵਿੱਚ ਰਹਿਣ ਦਈਏ ਤਾਂ ਆਪਣੇ ਘਰ ਚਲੀ ਜਾਏਗੀ। ਉਸ ਨੂੰ ਸਹਿਜ ਅਵਸਥਾ ਕਹਿੰਦੇ ਹਨ। I detach my thought from the energy center of my mind। ਮੈਂ ਆਪਣਾ ਲੇਬਲ ਹਟਾ ਦਿੰਦਾ ਵਾਂ। ਸ਼ਕਤੀ ਤਾਂ ਨਿਰੰਕਾਰ ਦੀ ਹੈ, ਤਾਂ ਉਹ ਸਮਾ ਜਾਂਦੀ ਹੈ। ਉਸ ਨੂੰ ਸਮਾਣਾ ਕਹਿੰਦੇ ਹਨ। ਕਿਉਂਕਿ ਮੈਂ ਹਟ ਗਿਆ, ਘੋੜਾ ਹਟ ਗਿਆ, ਵਿਘਨ ਹਟ ਗਿਆ, ਦੀਵਾਰ ਗਿਰ ਗਈ, ਸਮਾ ਗਈ એનર્ਜੀ ਆਪਣੇ ਆਪ ਵਿੱਚ। ਹੁਣ ਉਹ ਆਪਣੇ ਆਪ ਵਿੱਚ ਹੈ। ਨਿਰਾਕਾਰ ਦੇ ਘਰ ਵਿੱਚ ਕੁਝ ਕਰਨ ਦੀ ਲੋੜ ਨਹੀਂ ਹੈ। ਪ੍ਰੇਮ, ਆਨੰਦ ਔਰ ਜੋਤ, ਇਹ ਉੱਥੇ ਹਾਜ਼ਰ ਹਨ ਬਿਨਾਂ ਕੁਝ ਕਰੇ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਸ ਦਿਨ ਗੁਰੂ ਨੂੰ ਪਾ ਲਿਆ, ਆਨੰਦ ਦਾ ਦਰਵਾਜ਼ਾ ਖੁੱਲ੍ਹ ਗਿਆ। ਹੁਣ ਕੁਝ ਕਰਨਾ ਨਹੀਂ ਹੈ। ਜਿਸ ਨੂੰ ਕ੍ਰਿਸ਼ਨਾ ਮੂਰਤੀ ਪੁੱਛਦਾ, ਵੀ ਆਰ ਆਲ ਸੀਕਿੰਗ ਹੈਪੀਨੈਸ ਐਂਡ ਅਨਕੰਡੀਸ਼ਨਲ ਹੈਪੀਨੈਸ, ਉਹ ਕਿੱਥੇ ਹੈ? ਉਹ ਮਨ ਦੇ ਅੰਦਰ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਕਿਵੇਂ ਭਰਮ ਮਿਟੇਗਾ? ਮਨ ਦੇ ਵਿੱਚ ਜਾ ਕੇ ਮਿਟੇਗਾ। ਮਨ ਨੂੰ ਟਟੋਲ ਕੇ ਮਿਟੇਗਾ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਬਿਨਾਂ ਆਪਣੇ ਆਪ ਨੂੰ ਜਾਣੇ, ਮਨ ਦੇ ਨੇਚਰ ਨੂੰ ਨਾ ਸਮਝੇ ਨੇ ਬਿਨਾਂ, ਇਹਦਾ ਭਰਮ ਨਹੀਂ ਮਿਟੇਗਾ। ਮੈਨੂੰ ਲੱਗਦਾ ਜਿਸ ਤਰ੍ਹਾਂ ਕਿ ਮੈਂ ਹਾਂ ਹੀ ਨਹੀਂ, ਮੈਂ ਗਿਰ ਗਿਆ ਤਾਂ ਨਿਰਾਕਾਰ ਹੋ ਗਿਆ। ਬਾਣੀ ਸਾਨੂੰ ਇਹੀ ਦੱਸਦੀ ਹੈ, ਮੈਂ ਕਰਤਾ, ਤੂੰ ਕਰਤਾ, ਤੂੰ ਹੁਆ, ਤੁਝ में रहा, मुझ में रहा ना हूँ। मैं तो रहा ही नहीं, तू ही है। और वो रियलिटी है। मैं तो एक ट्रांजिएंट फेज है। मैं एक रियलिटी हाँ इन सर्टन फ्रेम्स ऑफ लाइफ, ਉਹਦੇ ਬਿਯੋਂਡ ਨਹੀਂ ਹਾਂ। ਤਾਂ ਮੈਂ ਕਿੱਥੇ ਆਵਾਂਗਾ, ਕਿੱਥੇ ਜਾਵਾਂਗਾ? ਅਗਰ ਮੈਂ ਚੇਂਜ ਬੇਸਡ ਮਾਈਂਡ ਦੇ ਵਿੱਚ ਹੀ ਰਹਿੰਦਾ ਹਾਂ ਤਾਂ ਮੈਂ ਮੂਵਮੈਂਟ ਵਿੱਚ ਚਲਾ ਜਾਵਾਂਗਾ। ਔਰ ਅਗਰ ਮੈਂ ਚੇਂਜ ਬੇਸਡ ਮਾਈਂਡ ਦੇ ਬਿਯੋਂਡ ਚਲਾ ਜਾਂਦਾ ਹਾਂ, ਜਿਸ ਨੂੰ ਸਾਹਿਬ ਇੱਥੇ ਸਮਝਾ ਰਹੇ ਹਨ, ਗੁਰ ਬਚਨੀ ਅਵਗਤ ਸਮਾਈਏ, ਤਾਂ ਫਿਰ ਮੈਂ ਸਮਾ ਜਾਂਦਾ ਹਾਂ ਰਿਐਲਿਟੀ ਦੇ ਵਿੱਚ। ਮੈਂ ਹਟ ਗਿਆ ਉੱਥੋਂ, ਈਗੋ ਹਟ ਗਈ ਉੱਥੋਂ। ਈਗੋ ਦਾ ਘੋੜਾ ਚਲਾ ਗਿਆ, ਖਤਮ ਹੋ ਗਿਆ, ਜਲ ਗਿਆ ਸ਼ਬਦ ਦੇ ਨਾਲ। ਫਿਰ ਉਹ ਸਮਾ ਗਿਆ, ਕ੍ਰੀਏਟਰ ਦੇ ਵਿੱਚ ਹੀ ਸਮਾ ਗਿਆ। ਜਿਉਂ ਜਲ ਮੇਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਕਮਨ ਬਾਏ ਵਿਸਰਾਮ। ਫਿਰ ਵਿਸਰਾਮ ਮਿਲ ਗਿਆ, ਗਮ ਮਿਟ ਗਿਆ। ਅਬਿਨਾਸੀ ਦੀ ਗੱਲ ਚੱਲ ਰਹੀ ਹੈ। ਮਹਾਰਾਜ ਨੇ ਸਾਨੂੰ ਸਮਝਾਇਆ, ਗੁਰਬਚਨੀ ਅਵਗਤ ਸਮਾਈਏ। ਉਸ ਨਿਰੰਕਾਰ ਦੇ ਵਿੱਚ ਸਮਾ ਗਏ, ਗੁਰੂ ਦੇ ਬਚਨ ਨਾਲ, ਸ਼ਬਦ ਦੇ ਰਸਤੇ ਨਾਲ। ਤਤ ਨਿਰੰਜਨ ਸਹਿਜ ਲਹੇ। ਉਸ ਤਤ ਦਾ ਗਿਆਨ ਹੋ ਗਿਆ ਸਹਿਜ ਅਵਸਥਾ ਵਿੱਚ, ਬਿਨਾਂ ਕੁਝ ਕਰੇ। ਜਸਟ ਡਰੋਪ ਦ ਈਗੋ। ਸਹਿਜ ਅਵਸਥਾ ਬਿਨਾਂ ਈਗੋ ਦੇ ਹੈ। એનર્ਜੀ ਜਿਸ ਤਰ੍ਹਾਂ ਉਹ ਆਈ ਸੀ,
ਭਗਤ ਕਬੀਰ ਦਾ ਇੱਕ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਚਾਦਰ ਬਾਰੇ ਗੱਲ ਚੱਲਦੀ ਹੈ ਕਿ ਜਿਵੇਂ ਮੈਨੂੰ ਚਾਦਰ ਮਿਲੀ ਉਵੇਂ ਮੈਂ ਤਰਦੀਨੀ ਚਦਰੀਆ, ਉਸੇ ਤਰ੍ਹਾਂ ਮੈਂ ਚਾਦਰ ਨੂੰ ਧਰ ਦਿੱਤਾ, ਮੇਰਾ ਇਹਦੇ 'ਚ ਕੁਝ ਲੈਣਾ ਦੇਣਾ ਨਹੀਂ ਹੈ। ਸਾਹਿਬ ਸਾਨੂੰ ਹੁਣ ਇੱਕ ਡਾਇਰੈਕਸ਼ਨ ਦਿੰਦੇ ਹਨ, ਨਾਨਕ ਦੂਜੀ ਕਾਰ ਨਾ ਕਰਨੀ, ਕਹਿੰਦੇ ਨੇ ਇਹ ਕੰਮ ਕਰਨ ਵਾਲਾ ਹੈ। ਸੇਵੇ ਸਿੱਖ ਸੂ ਖੋਜ ਲਏ, ਸੇਵਾ ਵਿੱਚ ਸੇਵਾ ਔਰ ਸਿਮਰਨ ਇੱਥੇ ਇੱਕੋ ਚੀਜ਼ ਹਨ। ਸੇਵ ਹੈ ਸਿੱਖ, ਸਿੱਖ ਦੀ ਸੇਵਾ ਕੀ ਹੈ? ਸਿਮਰਨ। ਸੋ ਖੋਜ ਲਏ, ਹੋਰ ਕੰਮ ਕਰਨ ਨਾ ਕਰ, ਇਹ ਜ਼ਰੂਰ ਕਰ। ਨਾਨਕ ਦੂਜੀ ਕਾਰ ਨਾ ਕਰਨੀ, ਦੂਜੀ ਦਾ ਮਤਲਬ ਦੋ ਡਾਇਮੈਂਸ਼ਨ ਵਿੱਚ ਆਉਂਦਾ ਹੈ। ਇੱਕ ਤਾਂ ਦੁਐਤ ਜੀਵਨ ਹੈ, ਬਾਹਰਲਾ ਜੀਵਨ ਦੁਐਤ ਵਿੱਚ ਹੈ, ਦੂਜੀ ਕਾਰ ਹੈ, ਮੈਨੂੰ ਦੂਜੀ ਕਾਰ ਕਰਨੀ ਪੈਂਦੀ ਹੈ। ਹਮੇਸ਼ਾ ਸੰਕਲਪ ਔਰ ਵਿਕਲਪ ਦੇ ਵਿੱਚ ਘੁੰਮਣਾ ਪੈਂਦਾ ਜੀਵਨ ਵਾਸਤੇ, ਪਰ ਇਕਾਗਰਤਾ ਵਿੱਚ ਅੰਤਰਮੁਖੀ ਜੀਵਨ ਹੈ। ਤਾਂ ਮਹਾਰਾਜ ਕਹਿੰਦੇ ਨੇ ਦੂਜੀ ਕਾਰ ਨਹੀਂ ਕਰਨੀ, ਬਾਹਰ ਦੀ ਖੇਡ ਛੱਡ ਦੇ, ਅੰਦਰ ਜਾ। ਦੂਜੀ ਕਾਰ ਨਾ ਕਰਨੀ, ਸੇਵੇ ਸਿੱਖ ਸੂ ਖੋਜ ਲਏ, ਖੋਜ ਲੈ, ਇਹਨੂੰ ਖੋਜ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ, ਕੁਝ ਸਮੇਂ ਲਈ ਤੇ ਜੀਵਨ ਹੈ, ਉਸ ਦੇ ਬਿਯੋਂਡ ਕੀ ਹੈ। ਫਿਰ ਸਾਹਿਬ ਅਗਲੇ ਪ੍ਰਸ਼ਨ ਤੇ ਆਉਂਦੇ ਹਨ। ਸਹਿਜ ਦੀ ਗੱਲ ਸਾਹਿਬ ਨੇ ਕਰ ਦਿੱਤੀ। ਪ੍ਰਸ਼ਨ ਸੀਗਾ, ਸਹਿਜ ਸੰਤੋਖ ਕਾ ਆਸਣ ਜਾਣੇ, ਕਿਉਂ ਛੇਦੇ ਬਹਿਰਾਈਏ। ਸਹਿਜ ਦੇ ਸੰਤੋਖ ਦੀ ਗੱਲ ਸਾਹਿਬ ਨੇ ਕਰ ਦਿੱਤੀ। ਇੱਥੇ ਕਿਵੇਂ ਸਹਿਜ ਮਿਲੇਗਾ? ਗੁਰਬਚਨੀ, ਗੁਰੂ ਦੇ ਸ਼ਬਦ ਨਾਲ ਅਵਗਤ ਸਮਾਈਏ, ਤਤ ਨਿਰੰਜਨ ਸਹਿਜ ਲਹੇ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਸੂ ਖੋਜ ਲਹੇ। ਹੁਕਮ ਬਿਸਮਾਦ, ਹੁਕਮ ਪਛਾਣੇ, ਜੀ ਜੁਗਤ ਕਾ, ਜੀ ਜੁਗਤ ਸੱਚ ਜਾਣ ਸੋਈ, ਜਾਣੇ ਸੋਈ। ਹੁਕਮ ਬਿਸਮਾਦ, ਇਹ ਹੁਕਮ ਦੀ ਗੱਲ ਸਾਹਿਬ ਨੇ 22ਵੇਂ ਪੌੜੀ ਵਿੱਚ ਵੀ ਸਾਡੇ ਨਾਲ ਕੀਤੀ ਹੈ। ਬਿਸਮਾਦ ਦੀ ਗੱਲ ਜਦੋਂ ਕਰਦੇ ਹਨ ਤਾਂ ਹੁਣ ਬਿਸਮਾਦ ਔਰ ਹੁਕਮ ਨੂੰ ਜੋੜ ਦੇ ਰਹੇ ਹਨ। ਆਦ ਕੋ ਬਿਸਮਾਦ ਵਿਚਾਰ, ਇਸੇ ਪਦੇ ਵਿੱਚ ਪਹਿਲੀ ਪੰਕਤੀ ਜਦੋਂ ਸਾਹਿਬ ਨੇ ਦੱਸਿਆ, ਆਦ ਕੋ ਬਿਸਮਾਦ ਵਿਚਾਰ ਕਥੀਏ ਲੇ, ਸੁਣ ਨਿਰੰਤਰ ਵਾਸ ਲੀਏ। ਆਦ ਕੋ ਬਿਸਮਾਦ, ਮਹਾਰਾਜ ਕਹਿੰਦੇ ਨੇ ਹੁਕਮ ਬਿਸਮਾਦ, ਹੁਕਮ ਪਛਾਣੇ। ਇਹ ਸਾਰੀ ਕ੍ਰੀਏਸ਼ਨ ਬਿਸਮਾਦ ਹੈ। ਜੀ ਜੁਗਤ ਸੱਚ ਜਾਣੇ ਸੋਈ, ਜਿਸਨੇ ਹੁਕਮ ਨੂੰ ਜਾਣ ਲਿਆ, ਬਿਸਮਾਦ ਨੂੰ ਜਾਣ ਲਿਆ, ਉਸਨੇ ਪਛਾਣ ਲਿਆ ਕਿ ਜੀਵਨ ਦੀ ਜੁਗਤ ਕੀ ਹੈ, ਜੀਵਨ ਦਾ ਸੱਚ ਕੀ ਹੈ। ਕਿਉਂਕਿ ਮੈਂ ਈਗੋ ਬੇਸਡ ਔਰ ਹੰਕਾਰ ਔਰ ਹਉਮੈ ਦੇ ਵਿੱਚ ਜੀਵਨ ਜੀ ਰਿਹਾ, ਉਹਦੇ ਵਿੱਚ ਕੁਝ ਸੱਚ ਨਹੀਂ ਹੈ। ਉਹ ਟ੍ਰਾਂਜ਼ੀਐਂਟ ਹੈ, ਪਰਮਾਨੈਂਟ ਨਹੀਂ ਹੈ। ਹੁਕਮ ਬਿਸਮਾਦ, ਹੁਕਮ ਪਛਾਣੇ, ਜੀ ਜੁਗਤ ਸੱਚ ਜਾਣੇ ਸੋਈ। ਇਹ ਥੋੜ੍ਹਾ ਜਿਹਾ ਦੋ ਪਦੇ ਪਿੱਛੇ ਪ੍ਰਸ਼ਨ ਨੇ, ਇਸ ਕਰਕੇ ਕਨੈਕਸ਼ਨ ਕਰਨਾ ਜ਼ਰੂਰੀ ਹੈ। ਹੁਕਮ ਔਰ ਬਿਸਮਾਦ ਸਾਹਿਬ ਇੱਥੇ ਦੱਸ ਰਹੇ ਹਨ ਇੱਕੋ ਹੀ ਚੀਜ਼ ਹੈ। ਜਦੋਂ ਮੈਂ ਬਿਸਮਾਦ ਦੇ ਵਿੱਚ ਲੀਨ ਹੋ ਜਾਵਾਂਗਾ, ਉਹਦਾ ਹੁਕਮ ਜਾਣ ਲਵਾਂਗਾ। ਇਹ ਦੋਨੋਂ ਫੇਜ਼ ਹੰਕਾਰ ਦੇ ਗਿਰਨ ਤੋਂ ਹੈ, ਕੂੜ ਦੀ ਪਾਲ ਟੁੱਟਣ ਤੋਂ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਕੂੜ ਦੀ ਪਾਲ ਟੁੱਟ ਗਈ, ਸਚਿਆਰਾ ਹੋ ਗਿਆ। ਤਾਂ ਕੀ ਜਾਣਿਆ? ਹੁਕਮ ਔਰ ਬਿਸਮਾਦ। ਹੁਕਮ ਨੂੰ ਪਛਾਣ ਲਿਆ, ਬਿਸਮਾਦ ਵਿੱਚ ਚਲਾ ਗਿਆ। ਜੀ ਜੁਗਤ ਸੱਚ ਜਾਣੇ ਸੋਈ, ਜੀਵਨ ਦੀ ਜੁਗਤ ਉਹਨੇ ਜਾਣ ਲਈ, ਸੱਚ ਨੂੰ ਉਹਨੇ ਜਾਣ ਲਿਆ ਕੀ ਹੈ, ਜੀਵਨ ਵਿੱਚ ਝੂਠ ਕੀ ਹੈ, ਉਹ ਗਿਰ ਗਿਆ। ਪਰ ਇਹ ਐਕਸਪੀਰੀਐਂਸ਼ੀਅਲ ਚੀਜ਼ਾਂ ਨੇ, ਵਿਚਾਰ ਵਿੱਚ ਨਹੀਂ ਸਮਝ ਆ ਸਕਦੀ, ਸਿਰਫ ਇਸ਼ਾਰੇ ਮਾਤਰ ਸਮਝ ਸਕਦੇ ਹਾਂ। ਹਾਂ, ਇਹ ਜਾਣ ਸਕਦੇ ਹਾਂ ਕਿ ਜੀਵਨ ਦੇ ਰਸਤੇ ਕਿਹੜੇ ਨੇ, ਕਿੱਥੇ ਆਪਣੀ ਐਨਰਜੀ ਲਗਾਈਏ ਅਸੀਂ, ਜੀਵਨ ਵਿੱਚ ਸ਼ਬਦ ਦੇ ਨਾਲ ਸਾਂਝ ਪਾਈਏ, ਤਾਂ ਕਿ ਮਨ ਦੀ ਜਿਹੜੀ ਸੂਖਮ ਅਵਸਥਾ ਨੇ ਉਹਨਾਂ ਦਾ ਗਿਆਨ ਸਾਨੂੰ ਮਿਲ ਜਾਏ। ਸੁਨ ਨਿਰੰਤਰ ਦੀਜੇ ਬੰਦ, ਮਨ ਠਹਿਰ ਜਾਏ,
ਮਹਾਰਾਜ ਕਹਿੰਦੇ ਨੇ ਆਪ ਮੇਟ ਨਿਰਾਲਮ ਹੋਵੇ। ਜਦੋਂ ਆਪਣੇ ਆਪ ਨੂੰ ਮਿਟਾ ਦਿੱਤਾ ਤਾਂ ਨਿਰਾਲਮ, ਆਪ ਮੇਟ ਨਿਰਾਲਮ ਹੋਵੇ। ਇਹ ਗੱਲ ਥੋੜ੍ਹੀ ਜਿਹੀ ਜਾਣਨੀ ਹੈ ਅਸੀਂ ਕਿ ਆਪਣਾ ਮੇਟਣਾ ਸੌਖਾ ਨਹੀਂ ਹੈ, ਪਰ ਸ਼ਬਦ ਉਹਦਾ ਰਸਤਾ ਹੈ। ਔਰ ਇਸ ਨਿਰਾਲਮ ਨੂੰ ਜਾਣਨ ਵਾਸਤੇ ਬਿਨਾਂ ਜਿਹਦੇ ਆਲਮ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਦੀ ਕੋਈ ਡੈਫੀਨੇਸ਼ਨ ਨਹੀਂ ਹੈ, ਉਸ ਸਟੇਟ ਆਫ ਮਾਈਂਡ ਨੂੰ ਜਾਣਨ ਵਾਸਤੇ ਆਪਣਾ ਆਪ ਨੂੰ ਮੇਟਣਾ ਹੈ। ਦੋ ਹੀ ਸ਼ਕਤੀਆਂ ਨੇ ਜੀਵਨ ਵਿੱਚ, ਜਾਂ ਤੇ ਮੈਂ ਹਾਂ ਜਾਂ ਉਹ ਹੈ। ਜਦੋਂ ਮੈਂ ਨਹੀਂ ਹੋਵਾਂਗਾ ਤਾਂ ਹੀ ਉਹ ਹੋਏਗਾ। ਨਿਰਲੇਪ ਹੋਣਾ ਹੈ, ਬਿਯੋਂਡ ਕ੍ਰੀਏਸ਼ਨ ਦੇ ਬਿਯੋਂਡ ਚਲੇ ਜਾਣਾ ਹੈ। ਜੋ ਨੋਨ ਕ੍ਰੀਏਸ਼ਨ ਹੈ ਸਾਡੇ ਮਨ ਦੀ, ਜਿੱਥੇ ਕੋਈ ਡਿਪੈਂਡੇਬਿਲਿਟੀ ਨਹੀਂ ਰਹਿ ਗਈ ਸਰੀਰ 'ਤੇ, ਫਿਜ਼ੀਕਲ ਮਾਈਂਡ 'ਤੇ, ਫਿਜ਼ੀਕਲ ਜੀਵਨ 'ਤੇ ਕੋਈ ਡਿਪੈਂਡੈਂਸ ਨਹੀਂ ਰਹਿ ਗਈ। ਇਹ ਹੁਣ ਸਪਿਰਿਟ ਬੇਸਡ ਜੀਵਨ ਹੋ ਗਿਆ। ਰਿਐਲਿਟੀ ਅਸੀਂ ਸਿਰਫ ਸਰੀਰ ਨੂੰ ਜਾਣਦੇ ਹਾਂ। ਮੈਂ ਕੌਣ ਹਾਂ? ਮੈਂ ਆਪਣੇ ਸਰੀਰ ਨੂੰ ਦੇਖ ਕੇ ਕਹਿੰਦਾ ਮੈਂ ਹਾਂ, ਪਰ ਇਹਦੇ ਬਿਯੋਂਡ ਰਿਐਲਿਟੀ ਜ਼ਿਆਦਾ ਰੀਅਲ ਹੈ ਸਰੀਰ ਨਾਲੋਂ, ਕਿਉਂਕਿ ਉਹ ਸਦਾ ਹੈ। ਸਾਹਿਬ ਕਹਿੰਦੇ ਹਨ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਜਿਹੜਾ ਭਗਤ ਹੈ ਉਹ ਸਦਾ ਵਿਗਾਸ ਵਿੱਚ ਹੈ। ਇਹ ਜੀਵਨ ਵਾਲਾ ਸਰੀਰ ਵਾਲਾ ਜਨ ਸਦਾ ਵਿਗਾਸ ਵਿੱਚ ਨਹੀਂ ਹੈ। ਮੈਂ ਔਰ ਤੁਸੀਂ ਸਦਾ ਵਿਗਾਸ ਵਿੱਚ ਨਹੀਂ ਹਾਂ, ਜਦ ਤੱਕ ਅਸੀਂ ਨਾਮ ਵਿੱਚ ਲੀਨ ਨਹੀਂ ਹਾਂ। ਫਿਰ ਵੀ ਇੱਕ ਵਿਗਨ ਹੈ, ਜਿਸ ਨੂੰ ਭਗਤ ਕਬੀਰ ਕਹਿੰਦੇ ਨੇ ਕਿ ਇਹ ਸਰੀਰ ਦੇ ਗਿਰਨ ਨਾਲ ਇਹ ਵਿਗਨ ਵੀ ਦੂਰ ਗਿਆ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਹੁਣ ਪੂਰਨ ਪਰਮਾਨੰਦ ਨੂੰ ਮਿਲ ਲਵਾਂਗੇ। ਹੁਣ ਇਹ ਸਰੀਰ ਦਾ ਜਿਹੜਾ ਫਾਸਲਾ ਹੈ ਥੋੜ੍ਹਾ ਜਿਹਾ, ਇਹ ਵੀ ਖਤਮ ਹੋ ਗਿਆ, ਕਿਉਂਕਿ ਸਰੀਰ ਦੇ ਵਿੱਚ ਭੁੱਖ ਹੈ, ਸਰੀਰ ਦੇ ਵਿੱਚ ਆਪਣੀ ਲੋੜਾਂ ਨੇ, ਉਹ ਵਿਗਨ ਬਣ ਜਾਂਦੇ ਨੇ ਆਫਟਰ ਸਮ ਟਾਈਮ। ਭਗਤ ਕਬੀਰ ਕਹਿੰਦੇ ਨੇ ਜਾਏਗਾ ਤਾਂ ਮੈਂ ਸਦਾ ਲਈ ਉਸ ਨੂੰ ਜਾਣ ਲਵਾਂਗਾ। ਫਿਰ ਇਹ ਉਹਨਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਉਸ ਜੀਵਨ ਦੀ ਡਾਇਮੈਂਸ਼ਨ ਨੂੰ ਜਾਣਿਆ ਹੈ। ਸਾਹਿਬ ਨੇ ਸਾਨੂੰ ਸਮਝਾ ਦਿੱਤਾ ਕਿ ਈਗੋ ਗਿਰੇਗੀ ਤਾਂ ਸਾਰੀ ਖੇਡ ਸ਼ੁਰੂ ਹੋਏਗੀ। ਆਪ ਮੇਟ ਨਿਰਾਲਮ ਹੋਵੇ, ਬਿਯੋਂਡ ਨਿਰਲੇਪ ਹੋ ਜਾਏਗਾ। ਸਹਿਜ ਵਿੱਚ ਵੀ, ਵਿਸਮਾਦ ਵਿੱਚ ਵੀ, ਹੁਕਮ ਵਿੱਚ ਵੀ, ਸਭ ਆਪਣੇ ਮੇਟਣ ਨਾਲ ਜਾਏਗਾ। ਸ਼ਬਦ ਵਿੱਚ ਵੀ, ਜਿੱਥੇ ਮੈਂ ਮਿਟ ਗਿਆ ਉੱਥੇ ਸ਼ਬਦ ਹਾਜ਼ਰ ਹੋ ਗਿਆ। ਆਪ ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਏ ਸੋਈ। ਉਹਦੇ ਅੰਦਰ ਸੱਚ ਹੈ, ਉਸੇ ਨੂੰ ਜੋਗੀ ਕਹਿੰਦੇ ਹਾਂ। ਜੋਗੀ ਯਾਨੀ ਜੁੜਿਆ ਹੋਇਆ। ਮੈਂ ਤਾਂ ਟੁੱਟਿਆ ਹੋਇਆ, ਪਰ ਜਿਸ ਨੇ ਇਸ ਅਵਸਥਾ ਨੂੰ ਜਾਣ ਲਿਆ ਉਹ ਸਦਾ ਲਈ ਜੁੜਿਆ ਹੋਇਆ ਹੈ। ਆਪ ਮੇਟ ਨਿਰਾਲਮ ਹੋਵੇ, ਆਪਣੇ ਆਪ ਨੂੰ ਮਿਟਾ ਦੇ ਭਾਈ। ਐਸੇ ਨੂੰ ਖੋਜ ਸਾਹਿਬ ਕਹਿੰਦੇ ਹਨ। ਇਹ ਬੜੀ ਸੂਖਮ ਬਾਣੀ ਦੀ ਵਿਚਾਰ ਚੱਲ ਰਹੀ ਹੈ। ਮੈਨੇ ਕਈ ਗਲਤੀਆਂ ਕਰ ਦਿੱਤੀਆਂ ਹੋਣਗੀਆਂ, ਜ਼ਰੂਰ ਹੋਈਆਂ, ਮਾਫੀ ਚਾਹੁੰਦਾ ਮੈਂ ਆਪ ਤੋਂ। ਅੱਜ ਲਈ ਇੰਨਾ ਵਿਚਾਰ ਪ੍ਰਵਾਨ ਕਰਨੀ। ਇਹ ਬਾਣੀ ਬੜੇ ਰੰਗ ਵਿੱਚ ਅੱਗੇ ਚੱਲ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਹਨ ਜਿਨ੍ਹਾਂ ਨੇ ਸਾਨੂੰ ਇਹ ਬਾਣੀ ਵਿਚਾਰਨ ਨੂੰ ਦਿੱਤੀ ਹੈ। ਜੀਵਨ ਦਾ ਤੱਤ ਜਾਣਨ ਦੀ ਵਿਚਾਰ ਚੱਲਦੀ ਹੈ, ਬ੍ਰਹਮ ਗਿਆਨ ਦੀ ਗੱਲ ਚੱਲਦੀ ਹੈ। ਆਪ ਕੋਈ ਸੁਧਾਰ ਕਰਨਾ ਚਾਹੋ, ਕੁਝ ਪੁੱਛਣਾ ਜਾਂ ਦੱਸਣਾ ਚਾਹੋ, ਮੋਸਟ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।